ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ, ਸਿੱਖ ਮਸਲਿਆਂ ਦੇ ਮਾਹਿਰ। ਗੁਰਚਰਨਜੀਤ ਸਿੰਘ ਲਾਂਬਾ ਪੇਸ਼ੇ ਪੱਖੋਂ ਵਕੀਲ ਨੇ। ਸੰਤ ਸਿਪਾਹੀ ਜਿਹੜਾ ਮੈਗਜ਼ੀਨ ਤੁਸੀਂ ਸਾਰਿਆਂ ਦੇ ਹੱਥਾਂ 'ਚ ਆਇਆ ਹੋਊਗਾ ਕਦੇ ਨਾ ਕਦੇ, ਉਹਦੇ ਸਾਬਕਾ ਸੰਪਾਦਕ ਨੇ, ਸਾਡੇ ਨਾਲ ਨੇ। ਜੀ ਆਇਆਂ ਆਖਦੇ ਆ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ, ਤੁਸੀਂ ਕਿਤਾਬ ਲਿਖੀ ਹੈ ਸਾਖੀ ਸਿੱਖ ਰਹਿਤ ਮਰਿਆਦਾ ਜੀ ਕੀ, ਔਰ ਜਥੇਦਾਰ ਅਕਾਲ ਤਖਤ ਸਮੇਤ ਸਾਰੀਆਂ ਵੱਡੀਆਂ ਹਸਤੀਆਂ ਨੇ ਉਹਨੂੰ ਰਿਲੀਜ਼ ਕੀਤਾ 100 ਸਾਲਾ ਸਥਾਪਨਾ ਦਿਵਸ ਤੇ। ਮੈਨੂੰ ਇਹ ਦੱਸਿਓ ਕਿ ਜਿਹੜੀ ਇਹ ਰਹਿਤ ਮਰਿਆਦਾ, ਇਹਦੀ ਤੁਸੀਂ ਨਵੀਂ ਵਿਆਖਿਆ ਕੀਤੀ ਆ, ਤੁਸੀਂ ਨਵਾਂ ਦਿੱਤਾ ਕੀ ਆ ਰਹਿਤ ਮਰਿਆਦਾ ਬਾਰੇ? ਮੈਨੂੰ ਇਹ ਦੱਸਿਓ ਕਿ ਪਹਿਲਾਂ ਕੀ ਸੀ, ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜੀ। ਜਿਹੜੀ ਸਿੱਖ ਰਹਿਤ ਮਰਿਆਦਾ ਹੈ ਜੀ, ਇਹ ਕੌਮ ਦਾ ਦਸਤਾਵੇਜ਼ ਹੈ, ਕੌਮ ਦਾ ਕਾਨੂੰਨ ਹੈ। ਔਰ ਜਦੋਂ ਗੁਰਦੁਆਰਾ ਸੁਧਾਰ ਲਹਿਰ ਹੋਈ, ਉਹਦੇ ਵਿੱਚ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਜ਼ਬਤੀਆਂ ਹੋਈਆਂ, ਕੁੜਕੀ ਜ਼ਬਤੀ ਹੋਈ। ਔਰ ਉਸ ਲਹਿਰ ਦੇ ਵਿੱਚੋਂ 3 ਚੀਜ਼ਾਂ ਕੌਮ ਨੂੰ ਮਿਲੀਆਂ। ਸਭ ਤੋਂ ਪਹਿਲੀ ਚੀਜ਼ ਜਿਹੜੀ ਉਸ ਲਹਿਰ ਦੇ ਵਿੱਚੋਂ ਮਿਲੀ, ਉਹਨਾਂ ਕੁਰਬਾਨੀਆਂ ਸਦਕਾ ਮਿਲੀ, ਉਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਸਿੱਖ ਲਹਿਰ ਦਾ ਇੱਕ ਉਸਦੀ ਇਹ ਦੇਣ ਸੀ। ਦੂਜੀ ਚੀਜ਼ ਜਿਹੜੀ ਕੌਮ ਨੂੰ ਪ੍ਰਾਪਤ ਹੋਈ ਉਸ ਜਦੋ ਜਹਿਦ ਦੇ ਦੌਰਾਨ, ਉਹ ਸੀ ਸ਼੍ਰੋਮਣੀ ਅਕਾਲੀ ਦਲ। ਇਹ ਦੂਸਰੀ ਚੀਜ਼ ਸੀ। ਤੇ ਜਦੋਂ ਤੀਸਰੀ ਚੀਜ਼ ਜਿਹੜੀ ਕੌਮ ਨੂੰ ਪ੍ਰਾਪਤ ਹੋਈ ਸੀ, ਉਹ ਸੀਗੀ ਸਿੱਖ ਰਹਿਤ ਮਰਿਆਦਾ। ਇਹ ਤਿੰਨੋਂ ਜਿਹੜੇ ਹੈ ਗੁਰਦੁਆਰਾ ਸੁਧਾਰ ਲਹਿਰ ਦੀ, ਇਹ ਪੰਥ ਦੀ ਝੋਲੀ ਵਿੱਚ ਪਾਈਆਂ। ਜਦੋਂ ਸਿੱਖ ਰਹਿਤ ਮਰਿਆਦਾ ਤਿਆਰ ਹੋ ਗਈ, ਔਰ ਉਹ ਤਿਆਰ ਇਸ ਤਰ੍ਹਾਂ ਨਹੀਂ ਹੋਈ ਜਿਵੇਂ ਆਮ ਤੌਰ ਤੇ ਹੋ ਜਾਂਦਾ ਜੀ, ਕਿਧਰੇ ਬੈਠੇ ਤੇ ਹੱਥ ਖੜੇ ਕਰੋ ਜੀ, ਜੈਕਾਰੇ ਛੱਡੋ, ਹੋ ਜਾਂਦਾ। ਨਹੀਂ, ਉਹਦੇ ਲਈ ਬਕਾਇਦਾ ਰਹੁ ਰੀਤ ਕਮੇਟੀ ਬਣਾਈ ਗਈ। ਔਰ ਉਸ ਦੇ ਵਿੱਚ ਕੌਮ ਦੇ ਉਸ ਵੇਲੇ ਦੇ ਸਾਰੇ ਵਿਦਵਾਨ, ਸਾਰੇ ਮਹਾਂਪੁਰਖ, ਸਾਰੇ ਜਿਸ ਦਾ ਵੀ ਕੋਈ ਨਾਂ ਲਿਆ ਜਾ ਸਕਦਾ ਸੀਗਾ ਉਸ ਵੇਲੇ, ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਉਹ ਰਹੁ ਰੀਤ ਕਮੇਟੀ ਬਣਾਈ। ਉਸ ਰਹੁ ਰੀਤ ਕਮੇਟੀ ਨੇ ਇਹ ਨਹੀਂ ਕਿ ਫਿਰ ਬੈਠ ਕੇ ਪਾਸ ਕਰ ਲਿਆ, ਉਹਨਾਂ ਨੇ ਇਸ ਦਾ ਖਰੜਾ ਤਿਆਰ ਕੀਤਾ। ਖਰੜਾ ਤਿਆਰ ਕਰਕੇ ਸਾਰੇ ਸੰਸਾਰ ਦੇ ਵਿੱਚ ਭੇਜਿਆ। ਜਿਹੜੀਆਂ ਰਾਏ ਆਈਆਂ ਉਹਨੂੰ ਫਿਰ ਦੁਬਾਰਾ ਭੇਜਿਆ, ਫਿਰ ਉਸਨੂੰ ਗਜ਼ਟ ਦੇ ਵਿੱਚ ਛਾਪਿਆ। ਫਿਰ ਜਦੋਂ ਆਈਆਂ, ਫਿਰ ਲੰਬੀਆਂ ਮੀਟਿੰਗਾਂ ਅਕਾਲ ਤਖਤ ਸਾਹਿਬ ਦੇ ਉੱਤੇ ਹੋਈਆਂ, ਫਿਰ ਉਸਨੂੰ ਦੁਬਾਰਾ ਖਰੜੇ ਭੇਜੇ। ਇਹ ਸਾਰਾ ਪ੍ਰੋਸੈਸ ਕਰਦਿਆਂ 1936 ਦੇ ਵਿੱਚ, ਯਾਨੀ 1927 ਤੋਂ 36, 9 ਸਾਲ 10 ਸਾਲ ਲੱਗੇ। ਉਹਨਾਂ ਨੇ ਫਿਰ ਇਸ ਨੂੰ ਤਿਆਰ ਕੀਤਾ। ਜਿਹੜਾ ਸਿੱਖ ਮਿਸ਼ਨ ਬੋਰਡ ਸੀ, ਉਹਦੇ ਰਾਹੀਂ ਫਿਰ ਇਸ ਨੂੰ ਪ੍ਰਵਾਨ ਕੀਤਾ। ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਜਾਰੀ ਕੀਤਾ। ਉਸ ਵੇਲੇ ਸਰਕਾਰੀ ਤਸ਼ੱਦਦ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਨਹੀਂ ਸੀ ਕਰ ਪਾ ਰਹੀ। ਉਸ ਵੇਲੇ ਲਾਹੌਰ ਦੇ ਵਿੱਚੋਂ ਇਹ ਪਹਿਲੀ ਵਾਰੀ ਜਿਹੜੀ ਸਿੱਖ ਰਹਿਤ ਮਰਿਆਦਾ 1936 ਦੇ ਵਿੱਚ ਛਾਪੀ ਗਈ। ਉਸ ਤੋਂ ਬਾਅਦ ਇਸ ਨੂੰ ਫਿਰ ਦੁਬਾਰਾ ਇਹਦੇ ਤੇ ਰਹੁ ਰੀਤ ਕਮੇਟੀ ਜਿਹੜਾ ਹੈ ਸੀ, ਧਾਰਮਿਕ ਸਲਾਹਕਾਰ ਕਮੇਟੀ ਨੇ ਦੁਬਾਰਾ ਵਿਚਾਰ ਕਰਕੇ ਕੁਝ ਜਿਹੜੀਆਂ ਲੋੜੀਂਦੀਆਂ ਸਮੇਂ ਅਨੁਸਾਰ ਸੀ, ਉਹ ਸਾਰੀਆਂ ਤਰਮੀਮਾਂ ਕਰਕੇ ਜਿਹੜਾ ਮੌਜੂਦਾ ਸਾਡੇ ਕੋਲ ਜਿਹੜਾ ਦਸਤਾਵੇਜ਼ ਹੈ ਸਿੱਖ ਰਹਿਤ ਮਰਿਆਦਾ ਦਾ, ਉਹ 1945 ਵਿੱਚ ਜਾਰੀ ਹੋਇਆ। ਸੋ ਇਹ ਇਹਦਾ ਇਤਿਹਾਸ ਹੈ। ਮੈਨੂੰ ਛੋਟਾ ਜਿਹਾ ਮੇਰਾ ਸਵਾਲ ਲੈ ਲਓ ਕਿ ਕੀ ਇਸ ਤੋਂ ਪਹਿਲਾਂ ਸਾਡੇ ਕੋਲ ਕੋਈ ਰਹਿਤ ਮਰਿਆਦਾ ਨਹੀਂ ਸੀ? ਕਿਉਂਕਿ ਗੁਰੂ ਕਾਲ ਤੋਂ ਬਾਅਦ ਅਸੀਂ ਸਿੱਖੀ ਸਰੂਪ ਚ ਜਦੋਂ ਆਉਂਦੇ ਆ, ਖਾਲਸਾ ਸਾਜਨਾ ਹੁੰਦੀ, ਉਸ ਤੋਂ ਬਾਅਦ ਫਿਰ ਰਹਿਤ ਮਰਿਆਦਾ ਕਿਹੜੀ ਸੀ? ਇਹ ਤਾਂ ਅਸੀਂ ਇਸ ਸਦੀ ਦਾ ਜ਼ਿਕਰ ਕਰ ਰਹੇ ਹਾਂ ਜਿਹਦੇ ਚ ਅਸੀਂ ਜੀ ਰਹੇ ਹਾਂ। ਮੈਂ ਇਹ ਪੁੱਛਦਾ ਕਿ ਇਸ ਤੋਂ ਪਹਿਲਾਂ ਕੀ ਸੀ ਫਿਰ? ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਕਿ ਜਦੋਂ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਉਂਦੇ ਹੈ, ਉਹਨਾਂ ਨੇ ਹੀ ਰਹਿਤ ਦੱਸ ਦਿੱਤੀ। ਉਹਨਾਂ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ। ਜਿਸ ਤਰ੍ਹਾਂ ਅੱਖੀ ਸੂਤਕ ਵੇਖਣਾ, ਪਰ ਤੇਰੇ ਪਰਤਨ ਰੂਪ, ਇਹ ਸਾਰੀਆਂ ਰਹਿਤ ਸੀ। ਕੀ ਚੀਜ਼ ਖਾਣੀ ਹੈ, ਕਿਹੜੀ ਨਹੀਂ ਖਾਣੀ ਹੈ, ਕੀ ਪਾਣਾ ਹੈ, ਕੀ ਨਹੀਂ ਪਾਣਾ, ਉਹ ਸਾਰੀਆਂ ਰਹਿਤਾਂ ਗੁਰੂ ਸਾਹਿਬ ਨੇ ਦੱਸੀਆਂ। ਔਰ ਗੁਰੂ ਸਾਹਿਬ ਨੇ ਅਮਲੀ ਤੌਰ ਦੇ ਉੱਤੇ ਉਹਨੂੰ ਆਪਣੇ ਨਾਲ ਜੀਵਨ ਦੇ ਵਿੱਚ ਢਾਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਇਹਨੂੰ ਸੰਪੂਰਨਤਾ ਬਖਸ਼ੀ, ਜਿਹੜੀ ਖਾਲਸੇ ਨੂੰ ਸੰਪੂਰਨਤਾ ਦਿੱਤੀ, 9 ਗੁਰੂ ਸਾਹਿਬ ਨੇ ਤਿਆਰੀ ਕੀਤੀ, ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਬਕਾਇਦਾ ਰਹਿਤ ਦੱਸੀ। ਉਹਦੇ ਵਿੱਚ ਜਿਹੜੀਆਂ ਮੁੱਖ ਚੀਜ਼ਾਂ ਸੀ, ਉਹ 4 ਕੁਰੈਤਾਂ ਨਹੀਂ ਕਰਨੀਆਂ, 5 ਕਕਾਰ ਰੱਖਣੇ ਹੈ, ਨਿਤਨੇਮ ਹੈ, ਜਿਹੜੀ ਤੁਹਾਡੀਆਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਇਹ ਸਾਰਾ ਕੁਝ ਉਸ ਵੇਲੇ ਤੋਂ ਚੱਲਦਾ ਆਇਆ। ਲੱਗਣੇ ਤਾਂ 30 ਸੈਕਿੰਡ ਹੈ। ਇਹ ਦੱਸ ਵੀ ਦਿਓ, 4 ਬਾਣੀਆਂ, 5 ਕਕਾਰ, ਜਿਹੜੇ ਨਵੇਂ ਬੱਚੇ ਕੋ ਸੁਣਦੇ ਹੋਣ ਉਹਨਾਂ ਨੂੰ ਇਹ ਸਾਰੀ ਜ਼ਰੂਰ ਜੀ, ਜ਼ਰੂਰ। ਇਹ ਜਿਹੜੇ 5 ਕਕਾਰ ਹੈਗੇ ਆ, ਇਹ ਬੁਨਿਆਦ ਹੈ।
ਜਿਹਨੂੰ ਕਹਿੰਦੇ ਆ ਨਿਸ਼ਾਨੇ ਸਿੱਖੀ, ਪੰਜ ਹਰਫ ਕਾਫ, ਹਰਗਿਜ਼ ਨਾ ਬਾਸ਼ਦੀ ਪੰਜ ਮੁਆਫ। ਕਿਸੇ ਹਾਲਤ ਵਿੱਚ ਕਿਸੇ ਨੂੰ ਮਾਫ ਨਹੀਂ ਹੈਗੇ। ਪੰਜ ਕਕਾਰ ਹੈਗੇ ਆ, ਕੇਸ, ਕੰਗਾ, ਕਛਹਿਰਾ, ਕਿਰਪਾਨ ਤੇ ਕੜਾ। ਜੀ ਇਹ ਹੁਣ ਪੰਜ ਕਕਾਰ ਹੈ, ਮਗਰ ਕੜਾ ਜਿਹੜਾ ਸਰਬਲੋਹ ਦਾ ਇਹ ਵੀ ਦਿੱਤਾ ਹੈਗਾ। ਹੁਣ ਉਹ ਸਰਬਲੋਹ ਦਾ ਕਿਉਂ ਦਿੱਤਾ, ਇਹ ਫਿਰ ਅੱਗੇ ਵਿਆਖਿਆ ਰਹਿਤ ਮਰਿਆਦਾ ਦੇ ਵਿੱਚ ਆਏਗੀ। ਸੋ ਇਹ ਪੰਜ ਕਕਾਰ ਸੀ। ਚਾਰ ਕੁਰੈਤਾਂ, ਚਾਰ ਕੁਰੈਤਾਂ ਹੈਗੀ। ਸਭ ਤੋਂ ਪਹਿਲਾ ਜਿਹੜਾ ਪਹਿਲੀ ਕੁਰੈਤ ਹੈ ਬੱਜਰ ਕੁਰੈਤ ਹੈ, ਜਿਸ ਨੂੰ ਕਰਨ ਦੇ ਬਾਅਦ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਰਹਿ ਜਾਂਦਾ, ਉਹ ਸਿੱਖੀ ਤੋਂ ਖਾਰਜ ਸਮਝਿਆ ਜਾਏਗਾ। ਉਹਨੂੰ ਬੱਜਰ ਹੁੰਦਾ ਪਹਾੜ ਜਿੱਡੀ ਕੁਰੈਤ ਜਿਹੜੀ ਹੈ, ਉਹ ਅਗਰ ਕਰ ਲੈਂਦਾ ਮੁੜ ਉਸਨੂੰ ਅੰਮ੍ਰਿਤ ਛਕਣਾ ਪੈਂਦਾ ਹੈ। ਪਹਿਲੀ ਬੱਜਰ ਕੁਰੈਤ ਹੈ ਕੇਸਾਂ ਦੀ ਬੇਅਦਬੀ ਕਰਨੀ, ਕਿਸੇ ਵੀ ਢੰਗ ਨਾਲ ਕੇਸਾਂ ਦੀ ਬੇਅਦਬੀ ਕਰਨੀ ਪਹਿਲਾ ਹੈ। ਦੂਜਾ ਹੈਗਾ ਕੁੱਠਾ ਖਾਣਾ। ਕੁੱਠਾ ਦੀ ਵਿਆਖਿਆ ਵੀ ਕੀਤੀ ਗਈ ਹੈ ਕਿ ਮਾਸ ਜਿਹੜਾ ਮੁਸਲਮਾਨੀ ਤਰੀਕੇ ਦੇ ਨਾਲ ਤਿਆਰ ਕੀਤਾ ਹੋਏ, ਜਿਸ ਨੂੰ ਰਹਿਤਨਾਮਿਆਂ ਚ ਲੈ ਤੁਰਕਨ ਤੇ ਮਾਸ ਜੋ ਖਾਵੇ, ਉਹ ਜਿਹੜਾ ਦੂਸਰੀ ਕੁਰਹਿਤ ਸੀ। ਤੀਸਰੀ ਕੁਰਹਿਤ ਹੈਗੀ ਹੈ ਪਰਤਨਗਾਮੀ ਹੋਣਾ, ਕਿਸੇ ਪਰਾਏ ਸਰੀਰ ਦੇ ਨਾਲ ਸੰਬੰਧ ਸਥਾਪਿਤ ਕਰਨਾ, ਇਹ ਤੀਸਰੀ ਬੱਜਰ ਕੁਰਹਿਤ ਸੀ। ਚੌਥੀ ਕੁਰਹਿਤ ਹੈਗੀ ਹੈ ਉਹ ਤਮਾਕੂ ਦਾ ਵਰਤਣਾ, ਸੇਵਨ ਕਰਨਾ ਕਿਸੇ ਵੀ ਰੂਪ ਦੇ ਵਿੱਚ। ਇਹ ਚਾਰ ਕੁਰਹਿਤਾਂ, ਪੰਜ ਕਕਾਰ, ਇਹ ਸਾਰੀਆਂ ਜਿਹੜੀਆਂ ਦਿੱਤੀਆਂ ਸੀ। ਗੁਰੂ ਸਾਹਿਬ ਦੇ ਨਾਲ ਸਮਕਾਲੀ ਜਿਹੜੇ ਉਹਨਾਂ ਦੇ ਸਿੱਖ ਸੀਗੇ, ਉਹਨਾਂ ਨੇ ਇਹ ਸਾਰੀਆਂ ਰਹਿਤਾਂ ਰਹਿਤਨਾਮਿਆਂ ਦੇ ਵਿੱਚ ਦਰਜ ਕੀਤੀਆਂ। ਪਰ ਚੂੰਕਿ ਉਹਨਾਂ ਦੀ ਭਾਸ਼ਾ 200-250 ਸਾਲ ਪੁਰਾਣੀ ਹੋ ਚੁੱਕੀ ਸੀ, ਕਈ ਚੀਜ਼ਾਂ ਵਿੱਚੋਂ ਤਬਦੀਲੀਆਂ ਆਉਂਦੀਆਂ, ਕਈ ਚੀਜ਼ਾਂ ਉਹਨੂੰ ਸਮਝਣ ਲਈ ਅੱਜ ਦੀ ਭਾਸ਼ਾ ਵਿੱਚ ਲੋੜ ਸੀ। ਕਿਉਂਕਿ ਉਹ ਜਿਹੜੇ ਬਜ਼ੁਰਗ ਸੀ ਉਹ ਬਹੁਤ ਸਿਆਣੇ ਸਨ, ਉਹ ਬਹੁਤ ਸਮਝਦਾਰ ਸਨ। ਉਹਨਾਂ ਨੇ ਕਈ ਇਸ਼ਾਰੇ ਮਾਤਰ ਚੀਜ਼ ਲਿਖੀਆਂ, ਥੋੜਾ ਜਿਹਾ ਜਿਹਨੂੰ ਬੁਝਾਰਤ ਕਹਿੰਦੇ ਆ। ਜਿਵੇਂ ਇੱਕ ਤੁਹਾਨੂੰ ਅਰਜ਼ ਕਰਾਂ, ਰਹਿਤਨਾਮਾ ਹੈ ਕਿ ਗੁਰੂ ਕਾ ਸਿੱਖ ਨੰਗੇ ਸਿਰ ਜੁੱਤੀ ਨਾ ਪਾਏ। ਹੁਣ ਆਮ ਬੰਦੇ ਨੂੰ ਸਮਝ ਨਹੀਂ ਆਏ ਕਿ ਭਾਈ ਇਹ ਕੀ ਰਹਿਤ ਹੋਈ ਕਿ ਨੰਗੇ ਸਿਰ ਤੁਸੀਂ ਜੁੱਤੀ ਨਹੀਂ ਪਾਣੀ। ਹੁਣ ਦੇਖੋ ਉਹਦੇ ਵਿੱਚ ਕਿੰਨਾ ਗਿਆਨ ਛੁਪਿਆ ਹੈ। ਉਹਨਾਂ ਨੂੰ ਪਤਾ ਸੀ ਕਿ ਜੇ ਬੰਦਾ ਬਾਹਰ ਜਾਏਗਾ ਤੇ ਉਹ ਬਾਹਰ ਜਾਏਗਾ ਨੰਗੇ ਪੈਰੀ ਨਹੀਂ ਜਾਏਗਾ, ਜੁੱਤੀ ਪਾਏਗਾ। ਸੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਨੰਗੇ ਸਿਰ ਬਾਹਰ ਨਾ ਜਾ, ਉਹਨਾਂ ਕਿਹਾ ਨੰਗੇ ਸਿਰ ਜੁੱਤੀ ਨਾ ਪਾ। ਯਾਨੀ ਪਹਿਲਾਂ ਦਸਤਾਰ ਸਜਾ, ਸਿਰ ਢੱਕ, ਫਿਰ ਜੁੱਤੀ ਪਾ, ਫਿਰ ਜੋ ਮਰਜ਼ੀ ਕਰ। ਸੋ ਇਹ ਜਿਹੜੇ ਰਹਿਤਨਾਮੇ ਸੀ ਇਹ ਤਕਰੀਬਨ 100 ਦੇ ਕਰੀਬ ਸੀਗੇ, ਕਾਫੀ। ਅੱਛਾ, ਮੈਨੂੰ ਜਰੂਰ ਇਹ ਦੱਸਦੇ ਜਾਇਓ ਕਿ ਗੁਰੂ ਕਾਲ ਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਅਜੇ ਹੋਂਦ ਚ ਨਹੀਂ ਆਉਂਦੇ, ਉਦੋਂ ਜੇ ਕੋਈ ਅਵੱਗਿਆ ਕਰਦਾ ਸੀ, ਇਹ ਕੁਰੈਤਾਂ ਜਿਹਨੂੰ ਅਸੀਂ ਜੀਵਨ ਜਾਚ ਵੀ ਕਹਿੰਦੇ ਗੁਰੂ ਸਾਹਿਬਾਂ ਵੱਲੋਂ ਦਿੱਤੀ, ਤੇ ਉਸ ਵੇਲੇ ਕੋਈ ਪ੍ਰਾਵਧਾਨ ਕੀ ਸੀਗੇ ਸਜ਼ਾ ਦੇ, ਕਿਸੇ ਨੂੰ ਛੇਕਣ ਦੇ, ਕਿਸੇ ਨਾਲ ਵਿੱਥ ਬਣਾਉਣ ਦੇ, ਦੂਰੀ ਬਣਾਉਣ ਦੇ? ਦੇਖੋ ਇਹ ਬੜਾ ਚੰਗਾ ਸਵਾਲ ਹੈ। ਜਿਵੇਂ ਕਿ ਗੁਰੂ ਕਾਲ ਦੇ ਵਿੱਚ, ਕਿਉਂਕਿ ਗੁਰੂ ਸਾਹਿਬ ਖੁਦ ਹਾਜ਼ਰ ਸਨ, ਜਿਵੇਂ ਜਿਹੜੇ ਰਬਾਬੀ ਸਨ ਉਹਨਾਂ ਨੇ ਇਨਕਾਰ ਕਰ ਦਿੱਤਾ, ਹਰਮੰਦਰ ਸਾਹਿਬ ਕੀਰਤਨ ਕਰਨ ਲੱਗਿਆ। ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਠੀਕ ਹੈ ਤੁਸੀਂ ਜਾਓ, ਸੰਗਤ ਕੀਰਤਨ ਕਰ ਲੇਗੀ ਜੀ। ਬਿਲਕੁਲ ਜਦੋਂ ਬਾਬਾ ਰਾਮ ਰਾਏ ਜੀ ਨੇ ਇੱਕ ਲਫ਼ਜ਼ ਦੀ, ਅੱਖਰ ਦੀ ਬੇਅਦਬੀ ਕੀਤੀ, ਜਦੋਂ ਔਰੰਗਜ਼ੇਬ ਕੋਲ ਗਏ ਹੈ ਤਾਂ ਉਹਨਾਂ ਨੇ ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀ ਕਹਿਤਾ, ਤੇ ਉਹਦੀ ਸਜ਼ਾ ਇਹ ਹੋਈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਕਹਿਤਾ ਕਿ ਜਿੱਧਰ ਤੁਹਾਡਾ ਮੂੰਹ ਹੈ ਉਧਰ ਚਲੇ ਜਾਓ, ਮੇਰੇ ਮੱਥੇ ਨਾ ਲੱਗੋ। ਹੁਣ ਹਰ ਰਾਏ ਜੀ, ਰਾਮ ਰਾਏ ਜੀ ਵੱਡੇ ਸਪੁੱਤਰ ਹੈ, ਵੱਡੇ ਸਾਹਿਬਜ਼ਾਦੇ ਹੈ, ਸ਼੍ਰੀ ਹਰਕ੍ਰਿਸ਼ਨ ਜੀ ਛੋਟੇ ਹੈ, ਮਗਰ ਉਹਨਾਂ ਨੇ ਇਹ ਕਹਿ ਦਿੱਤਾ, ਹੁਕਮ ਕਰ ਦਿੱਤਾ ਕਿ ਜਿਹੜਾ ਰਾਮ ਰਾਏ ਦੇ ਮੱਥੇ ਲੱਗੇਗਾ ਉਹਦੇ ਸਾਰੇ ਕੀਤੇ ਚੰਗੇ ਕੰਮ ਖੂਹ ਖਾਤੇ ਹੋਣਗੇ, ਤੇ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ, ਇਸ ਆਸ਼ੇ ਦਾ ਗੁਰੂ ਸਾਹਿਬ ਨੇ ਹੁਕਮ ਜਾਰੀ ਕਰ ਦਿੱਤਾ। ਤੇ ਉਹ ਯਾਨੀ ਉਹਨਾਂ ਨੂੰ ਛੇਕ ਦਿੱਤਾ, ਯਾਨੀ ਜਿਹੜਾ ਜਿਸ ਤਰੀਕੇ ਦੇ ਨਾਲ ਆਂਦਾ ਹੈ ਸਾਕਤ ਤੋਂ ਦੂਰ ਜਾਓ, ਇਹਨਾਂ ਦੀ ਸੰਗਤ ਨਾ ਕਰੋ, ਇਹ ਉਹਨਾਂ ਦਾ ਪ੍ਰਾਵਧਾਨ ਸੀਗਾ, ਇਹ ਉਹਨਾਂ ਦਾ ਸਿਸਟਮ ਸੀਗਾ ਗੁਰੂ ਸਾਹਿਬ ਦਾ ਕਰਨਾ। ਔਰ ਉਸ ਤੋਂ ਬਾਅਦ ਫਿਰ ਇਸ ਨੂੰ ਬਕਾਇਦਾ ਕਰ ਦਿੱਤਾ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਇਆ, ਉਹਦੇ ਵਿੱਚ ਕਰ ਦਿੱਤਾ ਕਿ ਜੇ ਕਿਸੇ ਕੋਲੋਂ ਅਵੱਗਿਆ ਹੋਈ ਹੈ, ਛੋਟੀ ਅਵੱਗਿਆ ਹੋਈ ਹੈ, ਤਾਂ ਉਹ ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਜਾਂ ਸੰਗਤ ਵਿੱਚ ਪੇਸ਼ ਹੋ ਸਕਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਜਦੋਂ ਦਾਦੂ ਦੀ ਕਬਰ ਨੂੰ ਸਲਾਮ ਕੀਤਾ ਸੀ ਤੇ ਸਿੰਘਾਂ ਨੇ ਕਿਹਾ ਸੀਗਾ ਕਿ ਤੁਸੀਂ ਇਸ ਕਬਰ ਨੂੰ ਸਲਾਮ ਕਰਕੇ ਆਪਣੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਤੁਹਾਨੂੰ ਤਨਖਾਹ ਲੱਗੇਗੀ। ਗੁਰੂ ਸਾਹਿਬ ਨੇ ਇਹ ਜਾਂਚ ਸਿਖਾਉਣ ਲਈ ਉਹਨਾਂ ਦੇ ਅੱਗੇ ਸਿਰ ਝੁਕਾ ਦਿੱਤਾ। ਪਰ ਜਿਹੜੀਆਂ ਚਾਰ ਬੱਜਰ ਕੁਰੈਤਾਂ ਅਗਰ ਉਹ ਅਵੱਗਿਆ ਹੋ ਜਾਂਦੀ ਹੈ, ਉਹਦਾ ਗੁਰੂ ਸਾਹਿਬ ਨੇ ਦਿੱਤਾ ਕਿ ਤੁਹਾਨੂੰ ਮੁੜ ਦੁਬਾਰਾ ਅੰਮ੍ਰਿਤ ਛਕਣਾ ਪਏਗਾ, ਦੁਬਾਰਾ ਤੁਹਾਨੂੰ ਮੁੜ ਪੰਜ ਪਿਆਰਿਆਂ ਦੇ ਪੇਸ਼ ਹੋਣਾ ਪਏਗਾ, ਔਰ ਉਹਦੇ ਸਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਉਸਦਾ ਜਿਹੜਾ ਕਫਾਰਾ ਹੈ ਜਾਂ ਉਸ ਤੋਂ ਨਜਾਤ ਤਾਂ ਮਿਲੇਗੀ ਜੀ। ਅੱਛਾ, ਮੈਨੂੰ ਲਾਂਬਾ ਸਾਹਿਬ ਇਹ ਜ਼ਰੂਰ ਦੱਸਿਓ ਕਿ ਜਦੋਂ
ਗੁਰਬਾਣੀ ਮੁਕੰਮਲ ਜੀਵਨ ਜਾਚ ਹੈ। ਸਾਨੂੰ ਇਹ ਸਾਰਾ ਕੁਝ ਜਿਹੜਾ ਜੀਵਨ ਦੇ ਵਿੱਚ ਰਹਿ ਕੇ ਕਿਵੇਂ ਚੱਲਣਾ ਹੈ ਉਹ ਗੁਰਬਾਣੀ ਦੇ ਵਿੱਚ ਦੱਸਦਾ। ਅੱਜ ਦੀ ਜਿਹੜੀ ਰਹਿਤ ਮਰਿਆਦਾ ਜਿਹੜੀ ਤੁਸੀਂ ਕਹਿੰਦੇ ਹੋ 1945 ਚ ਹੋਣ ਚਾਹੁੰਦੀ ਹੈ, ਕਿ ਉਸ ਗੁਰਬਾਣੀ ਦੇ ਆਸ਼ੇ ਅਨੁਸਾਰ ਹੀ, ਕਿਉਂਕਿ ਜੇ ਸਾਰੀ ਗੁਰਬਾਣੀ ਨੂੰ ਤੁਸੀਂ ਨਿਚੋੜ ਵਜੋਂ ਕੱਢਣਾ ਹੋਵੇ ਤੇ ਤੁਹਾਨੂੰ ਬੜੀ ਗਹਿਨ ਉਹਦੀ ਜਿਹੜੀ ਐਨਾਲਾਈਜ਼ ਉਹਨੂੰ ਕਰਨਾ ਪਏਗਾ, ਉਹਦਾ ਬਹੁਤ ਅਧਿਐਨ ਕਰਨਾ ਪਏਗਾ। ਕੀ ਸੱਚਮੁੱਚ ਇਹ ਉਹਨੂੰ ਰੂਪਮਾਨ ਕਰਦੀ ਹੈ ਰਹਿਤ ਮਰਿਆਦਾ ਪੂਰੀ ਗੁਰਬਾਣੀ ਦੇ ਉਸ ਜਿਹੜਾ ਸਾਂਚਾ ਹੈ ਸਾਡਾ, ਉਹਦੇ ਵਿੱਚ ਅਸੀਂ ਫਿੱਟ ਬੈਠਦੇ ਹਾਂ, ਜਾਂ ਅਜੇ ਇਹਦੇ ਵਿੱਚ ਕੁਝ ਹੋਰ ਸ਼ਾਮਲ ਕਰਨ ਦੀ ਲੋੜ ਆ, ਥੋੜੇ ਲਿਬਰਲ ਹੋਣ ਦੀ ਲੋੜ ਆ? ਤੁਹਾਨੂੰ ਕੀ ਲੱਗਦਾ, ਇਹਨੂੰ ਤੁਸੀਂ ਮੁਕੰਮਲ ਮੰਨਦੇ ਹੋ? ਬੜਾ ਸਿੰਪਲ ਹੈ ਜੀ, ਕਿ ਜਦੋਂ ਗੁਰੂ ਸਾਹਿਬ ਨੇ ਜਦੋਂ ਇਹ ਰਹਿਤ ਬਣਾਈ ਸੀ, ਜੋ ਉਹਨਾਂ ਨੇ ਰਹਿਤ ਦੱਸੇ, ਹੁਣ ਜਿਹੜਾ ਸਵਾਲ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜਦੋਂ ਮੁਕੰਮਲ ਹੈ ਫਿਰ ਕਿਸੇ ਚੀਜ਼ ਦੀ ਹੋਰ ਲੋੜ ਕੀ ਸੀਗੀ? ਜੀ, ਗੱਲ ਇਹ ਹੈ ਕਿ ਦੇਖੋ ਇਹਦੇ ਚ ਬੜਾ ਸਪਸ਼ਟ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੇਲੇ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਮੁਕੰਮਲ ਹੋ ਗਿਆ, ਹਰਮੰਦਰ ਸਾਹਿਬ ਮੁਕੰਮਲ ਹੋ ਗਿਆ, ਕੀਰਤਨ ਮੁਕੰਮਲ ਹੋ ਗਿਆ, ਕੀਰਤਨ ਦੀ, ਕਥਾ ਦੀ, ਨੇਮ ਦੀ, ਬਾਣੀ ਦੀ, ਹਰ ਚੀਜ਼ ਹੋ ਗਈ, ਪਰ ਅਜੇ ਸੰਪੂਰਨਤਾ ਨਹੀਂ ਸੀ ਹੋਈ। ਅਜੇ ਅਕਾਲ ਤਖਤ ਬਣਨਾ ਸੀ, ਅਜੇ ਸ਼ਹਾਦਤਾਂ ਹੋਣੀਆਂ ਸੀ, ਅਜੇ ਦੂਜੇ ਧਰਮ ਦੀ ਖਾਤਰ, ਤਿਲਕ ਜੰਜੂ ਦੀ ਖਾਤਰ ਕੁਰਬਾਨੀਆਂ ਹੋਣੀਆਂ ਸੀ, ਅਜੇ ਖਾਲਸੇ ਦੀ ਸਿਰਜਣਾ ਹੋਣੀ ਸੀ, ਜਿਸ ਨੇ ਇਸ ਦੇ ਉੱਤੇ ਪਹਿਰਾ ਦੇਣਾ ਸੀ। ਇਸ ਕਰਕੇ ਇਸ ਨੂੰ ਇੱਕ ਵਾੜ ਦੇ ਤੌਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਜਦੋਂ ਉਹਨਾਂ ਦੇ ਕੋਲ 9 ਜਾਮਿਆਂ ਦੇ ਵਿੱਚੋਂ ਜੋਤ ਹੁੰਦੀ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਈ, ਉਸ ਤੋਂ ਪਹਿਲੇ ਹਰ ਗੁਰੂ ਜੋਤ ਆਪਣੀ ਜੋਤ ਜਿਹੜੀ ਸੀ ਉਹ ਦੂਸਰੇ ਗੁਰੂ ਸਾਹਿਬ ਵਿੱਚ ਸਥਾਪਿਤ ਕਰਦੀ ਸੀ। ਇਹਦੇ 'ਚ ਮੈਂ ਇੱਕ ਚੀਜ਼ ਜ਼ਰੂਰ ਕਹਿੰਦਾ ਜਾਵਾਂਗਾ, ਬੜਾ ਜ਼ਰੂਰੀ ਹੈ, ਬੜਾ ਇੰਪੋਰਟੈਂਟ ਨੁਕਤਾ ਹੈ, ਕਿ ਦੇਖੋ ਆਮ ਬੰਦਾ ਜਦੋਂ ਮਰ ਜਾਂਦਾ ਹੈ, ਉਹਦੇ ਬਾਅਦ ਉਹਦੀ ਵਸੀਅਤ ਹੁੰਦੀ ਹੈ, ਉਹਦੇ ਵਾਰਿਸ ਹੁੰਦੇ ਆ, ਜਿਹੜੇ ਉਹਦੇ ਲੀਗਲ ਏਅਰਸ ਹੁੰਦੇ ਆ, ਜਿਹੜੇ ਕਿ ਉਹਦੀ ਜਾਇਦਾਦ ਨੂੰ ਵੰਡਦੇ ਆ। ਪਰ ਗੁਰੂ ਸਾਹਿਬ ਦੇ ਕੋਲ ਇੱਕ ਤਾਂ ਜੋਤ ਸੀ ਔਰ ਇੱਕ ਗੁਰੂ ਸਰੀਰ ਸੀ, ਇਹ ਦੋ ਚੀਜ਼ਾਂ ਸੀਗੀਆਂ। ਗੁਰੂ ਸਾਹਿਬ ਨੇ ਆਪਣੀ ਹਯਾਤੀ ਵਿੱਚ ਹੀ, ਜੀਵਨ ਕਾਲ ਦੇ ਵਿੱਚ ਹੀ, ਗੁਰੂ ਸਾਹਿਬ ਨੇ ਆਪਣੀ ਜੋਤ ਦੂਸਰੇ ਗੁਰੂ ਸਾਹਿਬ ਵਿੱਚ ਸਥਾਪਿਤ ਕੀਤੀ। ਇਹ ਸਿੱਖ ਰਹੱਸਵਾਦ ਦਾ ਇੱਕ ਬੜਾ ਕਮਾਲ ਦਾ ਇੱਕ ਨੁਕਤਾ ਹੈ ਕਿ ਉਹ ਆਪਣੇ ਸਰੀਰ ਦੇ ਹੁੰਦਿਆਂ ਦੂਜੇ ਗੁਰੂ ਸਾਹਿਬ ਦੇ ਵਿੱਚ ਜੋਤ ਸਥਾਪਿਤ ਕੀਤੀ। ਇਹ ਸਿਲਸਿਲਾ ਗੁਰੂ ਤੇਗ ਬਹਾਦਰ ਜੀ ਤੱਕ ਚੱਲਿਆ। ਗੁਰੂ ਤੇਗ ਬਹਾਦਰ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ 'ਚ ਜੋਤ ਰੱਖੀ ਹੈ, ਔਰ ਗੁਰੂ ਗੋਬਿੰਦ ਸਿੰਘ ਜੀ ਇਹ ਜੋਤੀ ਜੋਤ ਸਮਾਉਣ ਤੋਂ ਪਹਿਲੇ ਉਹਨਾਂ ਨੇ ਇਸ ਜੋਤ ਨੂੰ 2 ਹਿੱਸਿਆਂ 'ਚ ਵੰਡਿਆ। ਪਹਿਲਾ ਹਿੱਸਾ ਉਹਨਾਂ ਨੇ ਜਿਹੜੀ ਆਤਮਿਕ ਜੋਤ ਸੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਪਿਤ ਕਰ ਦਿੱਤੀ। ਇਹ ਰਹੱਸਵਾਦ ਦਾ ਬੜੀ ਉੱਚ ਇੱਕ ਹੈ। ਇਸ ਕਰਕੇ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ, ਅਗਰ ਉਹਦੇ 10 ਪਾਤਸ਼ਾਹਾਂ ਦੇ ਦਰਸ਼ਨ ਨਹੀਂ ਕਰ ਸਕਦਾ, ਇਹ ਬੜਾ ਸਿੰਪਲ ਪੈਮਾਨਾ ਹੈ ਕਿ ਅਜੇ ਉਸ ਤੋਂ ਬਹੁਤ ਦੂਰ ਹੈ। ਪਹਿਲੀ ਗੱਲ ਹੈ। ਦੂਜੀ ਚੀਜ਼, ਹੁਣ ਉਹ ਸਰੀਰ ਤਾਂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਹਾਰਡ ਮਾਸ ਦਾ ਸਰੀਰ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇਹਨੂੰ ਵੰਡਿਆ 2 ਹਿੱਸਿਆਂ 'ਚ। ਜਿਹੜੀ ਜੋਤ ਸੀ ਉਹ ਗੁਰੂ ਗ੍ਰੰਥ ਸਾਹਿਬ ਹੀ ਦੇ ਦਿੱਤੀ, ਜੁਗਤੀ ਉਹਨਾਂ ਨੇ ਖਾਲਸੇ ਨੂੰ ਦੇ ਦਿੱਤੀ ਜੀ। ਇਹ ਯੂਨੀਕਨੈਸ ਹੈਗੀ ਹੈ, ਇਹ ਸਿਰਫ ਸਿੱਖ ਧਰਮ ਵਿੱਚ ਹੈ, ਇਹਦੇ ਵਿੱਚ ਕਦੀ ਖੜੋਤ ਨਹੀਂ ਆਏਗੀ। ਅੱਜ ਕੋਈ ਐਸਾ ਧਰਮ ਨਹੀਂ ਹੈ, ਜੇ ਐਸਾ ਹਿੰਦੂਇਜ਼ਮ ਵਿੱਚ ਨਹੀਂ ਹੈ ਕਵੀ ਜੀ ਇਹ ਸ਼੍ਰੀ ਰਾਮਚੰਦਰ ਜੀ ਦਾ ਹੁਕਮ ਹੈ, ਇਹ ਸ਼੍ਰੀ ਕ੍ਰਿਸ਼ਨ ਦਾ ਹੁਕਮ ਹੈ, ਜਾਂ ਇਸਲਾਮ ਨਹੀਂ ਕਹਿ ਸਕਦਾ ਕਿ ਇਹ ਮੁਹੰਮਦ ਸਾਹਿਬ ਦਾ ਹੁਕਮ ਹੈ। ਪਰ ਖਾਲਸੇ ਨੂੰ ਇਹ ਅਧਿਕਾਰ ਦੇ ਦਿੱਤਾ ਗੁਰੂ ਸਾਹਿਬ ਨੇ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਅਗਰ ਉਹ ਸਹੀ ਮੈਨੇ 'ਚ ਖਾਲਸਾ ਹੈ, ਉਹ ਇਕੱਤਰ ਹੋ ਕੇ ਉਹ ਹੁਕਮਨਾਮੇ ਜਾਰੀ ਕਰ ਸਕਦਾ ਹੈ, ਔਰ ਉਹ ਹੁਕਮਨਾਮੇ ਦੀ ਤਾਸੀਰ, ਉਹਦੀ ਤਾਕਤ ਉਹ ਗੁਰੂ ਦੇ ਹੁਕਮਾਂ ਤੋਂ ਹੋਏਗੀ। ਔਰ ਇਸ ਨੂੰ ਪ੍ਰੈਕਟੀਕਲੀ ਤੁਸੀਂ ਵੇਖ ਰਹੇ ਹੋ, ਇਹ ਹੁੰਦਾ ਆ ਰਿਹਾ ਹੈਗਾ, ਅੱਜ ਵੀ ਉਸ ਨੂੰ ਸਿਰ ਝੁਕਾਉਂਦੇ ਆ। ਸੋ ਇਹ ਇਹਨੂੰ 2 ਹਿੱਸਿਆਂ 'ਚ ਵੰਡਿਆ। ਇਹ ਜਿਹੜਾ ਮੈਂ ਉਹੀ ਸਵਾਲ ਪੁੱਛਣਾ ਹੈ ਤੁਹਾਨੂੰ, ਕਿ ਰੂਹਾਨੀ ਜੋਤ ਤਾਂ ਸਾਖਸ਼ਾਤ ਅਸੀਂ ਮਹਿਸੂਸ ਕਰਦੇ ਆ, ਅਹਿਸਾਸ ਰਹਿੰਦਾ ਜਦੋਂ ਵੀ ਕੋਈ ਬਾਣੀ ਪੜ੍ਹਦਾ ਹੈ, ਕੀਰਤਨ ਸੁਣਦਾ ਹੈ, ਮੱਥਾ ਟੇਕਦਾ ਹੈ, ਲੇਕਿਨ ਜਿਹੜੀ ਜੁਗਤੀ ਆ, ਉਹ ਜੁਗਤੀ ਉਸੇ ਰੂਪ ਸਰੂਪ 'ਚ ਹੁਣ ਤੱਕ ਪਰਿਵਰਤਿਤ ਹੋਈ ਹੈ, ਹੁਣ ਤੱਕ ਟਰਾਂਸਫਰ ਹੋਈ ਹੈ, ਅਜੋਕੇ ਦੌਰ 'ਚ ਉਹ ਟਰਾਂਸਫਰ ਹੋ ਸਕੀ ਉਸ ਮੂਲ ਭਾਵਨਾ 'ਚ? ਦੇਖੋ, ਇਹ ਗੱਲ ਤਾਂ ਪੱਕੀ ਹੈ, ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ, ਜਦੋਂ ਹੈ, ਔਰ ਉਸ ਤੋਂ ਬਾਅਦ ਵੀ 84 ਤੱਕ ਵੀ ਤੁਸੀਂ ਦੇਖਿਆ ਹੈਗਾ, ਉਹ ਜਿਹੜੀ ਜੁਗਤੀ ਹੈ, ਉਹ ਇੱਕ ਗੱਲ ਤਾਂ ਯਕੀਨ ਆਉਂਦਾ ਹੈ ਕਿ ਭਾਵੇਂ ਜਿੰਨੇ ਮਰਜ਼ੀ ਚਲਾਕੀਆਂ, ਚਤਰਾਈਆਂ, ਸਾਰੇ ਕੰਮ ਕਰ ਲੈਂਦਾ ਹੈ, ਪਰ ਇੱਕ ਗੱਲ ਯਕੀਨ ਹੈ ਕਿ ਗੁਰੂ ਦੀ ਅਦ੍ਰਿਸ਼ ਕਲਾ ਵਾਪਰਦੀ ਹੈ, ਅਦ੍ਰਿਸ਼ ਕਲਾ ਵਾਪਰਦੀ ਹੈ। ਇਸ ਕਰਕੇ ਜਿਹੜੇ
ਜਿਹੜੇ ਉਸ ਸਥਾਨ ਤੋਂ ਜਿਹੜੇ ਹੁੰਦੇ ਰਹੇ ਹੈ, ਜਿੰਨੇ ਕੁ ਮਤੇ ਗੁਰਮਤੇ ਗੁਰੂ ਹੁਕਮ ਅਨੁਸਾਰ ਹੁੰਦੇ ਰਹੇ ਹੈ, ਉਹ ਸਾਰੇ ਕਾਮਯਾਬ ਹੁੰਦੇ ਰਹੇ ਹੈ। ਉਹਨਾਂ ਦੇ ਵਿੱਚੋਂ ਗੁਰੂ ਦੇ ਹੁਕਮਾਂ ਦੀ ਖੁਸ਼ਬੂ ਆਉਂਦੀ ਹੈ। ਲੋੜ ਸਿਰਫ ਇੰਨੀ ਹੈ, ਜਿਸ ਨੂੰ ਮਾਸਟਰ ਤਾਰਾ ਸਿੰਘ ਜੀ ਕਿਹਾ ਕਰਦੇ ਸੀ, ਅੱਜ ਜਿਹੜੀ ਲੋੜ ਹੈ, ਅੱਜ ਸਾਨੂੰ ਕਿਸੇ ਲਹਿਰ ਦੀ ਲੋੜ ਨਹੀਂ, ਕਿਸੇ ਮੂਵਮੈਂਟ ਦੀ ਲੋੜ ਨਹੀਂ, ਸਾਨੂੰ ਇੱਕ ਲਹਿਰ ਸ਼ੁਰੂ ਕਰਨ ਦੀ ਲੋੜ ਹੈ। ਅਸੀਂ ਆਪਣੇ ਆਪ ਨੂੰ ਸਿੱਖ ਬਣਾ ਲਈਏ। ਜੇ ਅਸੀਂ ਸਿੱਖ ਬਣ ਜਾਵਾਂਗੇ, ਉਹ ਜੁਗਤੀ ਜਿਹੜੀ ਹੈ ਪ੍ਰਤੱਖ ਹੈ। ਪਰ ਇੱਕ ਗੱਲ ਜ਼ਰੂਰ ਰੰਧਾਵਾ ਸਾਹਿਬ ਹੈ, ਅੱਜ ਵੀ ਜਦੋਂ ਭੀੜਾ ਪੈਂਦੀ ਹੈ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਜਵੇ ਬਾਣ ਲਾਗਿਓ ਤਬੈ ਰੋਸ ਜਾਗਿਓ, ਅੱਜ ਵੀ ਜਦੋਂ ਭੀੜਾ ਪਏਗੀ ਤਾਂ ਮੇਰਾ ਇਹ ਨਿੱਜੀ ਤੌਰ ਤੇ ਵੀ ਪੱਕਾ ਯਕੀਨ ਹੈ, ਕਿਉਂਕਿ ਪਿਛਲੇ ਇਤਿਹਾਸ ਨੂੰ ਵੇਖਦਿਆਂ ਹੋਇਆਂ ਉਹ ਅਦ੍ਰਿਸ਼ ਕਲਾ ਜ਼ਰੂਰ ਵਾਪਰਦੀ ਹੈ। ਭਾਵੇਂ ਉਹ ਜਾਜੋਂ ਦੀ ਲੜਾਈ 'ਚ ਹੋਵੇ, ਬਹਾਦਰ ਸ਼ਾਹ ਦੇ ਕੋਲ 4 ਲੱਖ ਫੌਜਾਂ ਦੋਨੋਂ ਪਾਸਿਓਂ, ਮਗਰ ਉਹ 300 ਸਿੱਖ ਗੁਰੂ ਸਾਹਿਬ ਦੇ ਮੰਗ ਰਿਹਾ ਕਿ ਇਹ ਮੈਨੂੰ ਦੇ ਦਿਓ। ਉਹ ਉਸ ਵੇਲੇ ਦੇ ਅੰਗਰੇਜ਼ ਕ੍ਰੋਨਿਕਲ, ਦੂਜੇ ਪਰਸ਼ੀਅਨ ਕ੍ਰੋਨਿਕਲਸ ਲਿਖ ਰਹੇ ਹੈ ਕਿ ਤੁਹਾਡੇ ਕੋਲ 4 ਲੱਖ ਫੌਜਾਂ ਹੈ, 300 ਸਿੱਖਾਂ ਨੂੰ ਕੀ ਕਰੋਗੇ? ਉਹਨਾਂ ਨੇ ਕਿਹਾ ਸੀ ਇਹਨਾਂ ਕੋਲ ਰੂਹਾਨੀ ਸ਼ਕਤੀ ਹੈ। ਉਹ ਜਿਹੜੀ ਰੂਹਾਨੀਅਤ ਹੈ, ਉਹ ਜਿਹੜੇ ਉਸ ਨੂੰ ਸਮਰਪਿਤ ਹੋ ਜਾਣਗੇ, ਜੁੜ ਜਾਣਗੇ, ਉਹਨਾਂ 'ਚ ਰੂਹਾਨੀਅਤ ਜਿਹੜੀ ਹੈ ਪ੍ਰਗਟ ਹੋ ਜਾਂਦੀ ਹੈ। ਉੱਥੇ ਗੁਰੂ ਫਿਰ ਖੁਦ ਜਿਹੜਾ ਪ੍ਰਗਟ ਹੋ ਕੇ ਵਾਪਰਦਾ ਹੈਗਾ। ਇਹ ਪੱਕੀ ਗੱਲ ਹੈ ਔਰ ਇਤਿਹਾਸ ਦੇ ਵਿੱਚ ਰਿਹਾ ਔਰ ਅੱਗੋਂ ਵੀ ਹੋਏਗਾ। ਕੋਈ ਕਾਰਨ ਨਹੀਂ ਹੈ। ਉਹਦਾ ਇੱਕ ਕਾਰਨ ਹੋਰ ਹੈ, ਕਿਉਂਕਿ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਹੈ, ਵਾਅਦਾ ਕੀਤਾ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਇਹ ਮੇਰੀ ਖੇਤੀ ਹੈ, ਮੈਂ ਇਹਨੂੰ ਬਰਬਾਦ ਨਹੀਂ ਹੋਣ ਦਿਆਂਗਾ। ਔਰ ਗੁਰੂ ਦੇ ਅਗਰ ਬਚਨ ਹੈਗੇ ਹੈ ਤਾਂ ਉਹ ਬਿਰਥੇ ਨਹੀਂ ਜਾ ਸਕਦੇ। ਲੋੜ ਕਮੀ ਸਾਡੇ 'ਚ ਹੈ, ਉਹਨਾਂ ਹੁਕਮਾਂ 'ਚ, ਉਹਨਾਂ ਅਸੂਲਾਂ 'ਚ ਕੋਈ ਕਮੀ ਨਹੀਂ ਹੈ। ਅੱਛਾ, ਜਿਹੜਾ ਤੁਸੀਂ ਗਹਿਨ ਅਧਿਐਨ ਕੀਤਾ ਹੈ, ਮੈਂ ਸਮਝਣਾ ਚਾਹੂੰਗਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਸਿੱਖ ਬਣਨ ਦੀ ਲੋੜ ਹੈ, ਲੇਕਿਨ ਮੈਨੂੰ ਇੰਜ ਲੱਗਦਾ ਕਿ ਪਹਿਲਾਂ ਸਿੱਖੀ ਨੂੰ ਸਮਝਣ ਦੀ ਲੋੜ ਆ। ਸਿੱਖ ਤਾਂ ਬੰਦਾ ਆਪੇ ਬਣ ਜਾਊ ਜੇ ਸਮਝ ਗਿਆ। ਸੋ ਅੱਜ ਦੇ ਜੋ ਰੌਲੇ ਰੱਪੇ ਆ ਜਾਂ ਅੱਜ ਦਾ ਜਿਹੜਾ ਧੁੰਦਲਕਾ ਹੈ, ਇਹਦੇ ਵਿੱਚੋਂ ਜੇ ਆਮ ਬੰਦਾ ਕੋਈ ਉਹ ਰੌਸ਼ਨੀ ਪ੍ਰਾਪਤ ਕਰਨਾ ਚਾਹਵੇ ਅਸਲ ਸਿੱਖ ਬਣਨ ਦੀ, ਮੈਨੂੰ ਕੋਈ ਟਿਕਾਣਾ ਦਰਕਾਰ ਜ਼ਰੂਰ ਦੱਸੋ, ਤਾਂ ਕਿ ਆਮ ਲੋਕ ਜਿਹੜੇ ਸਮਝਦੇ ਆ, ਜਿਹੜੇ ਲਗਾਤਾਰ ਅਧਿਐਨ 'ਚ ਵੀ ਨੇ, ਜਿਹੜੇ ਪਾਠ ਵੀ ਕਰ ਰਹੇ ਆ, ਜਿਹੜੇ ਜਿਹਨੂੰ ਕਹਿੰਦੇ ਮੂਲ ਮੰਤਰ ਨਾਲ ਵੀ ਜੁੜੇ ਹੋਇਆ, ਕੋਈ ਐਸੀ ਜੁਗਤੀ ਵੀ ਗੁਰੂ ਸਾਹਿਬਾਨ ਤੋਂ ਗਾਂ ਤੁਰਦੀ ਹੈ ਕਿ ਜਿਸ ਚੰਗੇ ਤਰੀਕੇ ਨਾਲ ਸਮਝਣਾ ਤੇ ਕਿਵੇਂ ਸਮਝਣਾ? ਬਹੁਤ ਅੱਛਾ ਹੈ ਜੀ ਇਹ ਸਵਾਲ ਜਿਹੜਾ ਹੈਗਾ। ਜਿਹੜੀ ਸਿੱਖ ਰਹਿਤ ਮਰਿਆਦਾ ਬਣਾਈ ਹੈ, ਉਹ ਜਿਹੜੇ ਸਾਰੇ ਕੌਮ ਦੇ ਉਸ ਵੇਲੇ ਦੇ ਹੀਰੇ ਸਨ, ਹੀਰੇ ਕਹਿ ਸਕਦਾ ਬਿਲਕੁਲ ਲਿਟਰਲੀ, ਉਹ ਵਿਦਵਾਨ ਸਨ ਔਰ ਜੀਵਨ ਵਾਲੇ ਸਨ। ਉਹਨਾਂ ਸਾਰਿਆਂ ਨੇ ਮਿਲ ਕੇ ਗੁਰਬਾਣੀ, ਗੁਰੂ ਗ੍ਰੰਥ ਸਾਹਿਬ, ਦਸਮ ਪਾਤਸ਼ਾਹ ਦੀ ਬਾਣੀ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਉਹ ਸਾਰੇ ਰਹਿਤਨਾਮੇ, ਹੁਕਮਨਾਮੇ ਦੇ ਕੇ ਜਿਹੜੀ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਬਣਾਈ। ਬੜੀ ਛੋਟੀ ਜੀ ਕਿਤਾਬ ਹੈ, 17 ਪੇਜ ਦਾ ਕਿਤਾਬਚਾ ਹੈਗਾ, ਮਗਰ ਉਹ ਉਹਦੇ 'ਚ ਇੰਨੀ ਸੋਹਣੀ ਤਰਤੀਬ ਦੇ ਦਿੱਤੀ ਹੈ ਨਾ, ਜੇ ਉਸ ਨੂੰ ਕੋਈ ਅਮਲ ਵਿੱਚ ਲੈ ਆਏ। ਉਹਨਾਂ ਨੇ ਉਸਦੇ 4 ਹਿੱਸੇ ਬਣਾਏ ਹੈ। ਪਹਿਲਾ ਹਿੱਸਾ ਜਿਹੜਾ ਹੈ, ਉਹਦੀ ਭੂਮਿਕਾ ਹੈਗੀ ਹੈ। ਭੂਮਿਕਾ ਦੇ ਵਿੱਚ ਪਰਿਭਾਸ਼ਾ ਹੈ, ਔਰ ਪਰਿਭਾਸ਼ਾ, ਔਰ ਮੈਂ ਕਹਿ ਸਕਦਾ ਬੀਇੰਗ ਵਕੀਲ ਜਿਸ ਤਰ੍ਹਾਂ ਹੁੰਦਾ ਹੈ, ਇਤਨਾ ਅੱਛਾ ਲੀਗਲ ਡਾਕੂਮੈਂਟ ਹੋਰ ਬਹੁਤ ਘੱਟ ਦੇਖਿਆ ਕਿ ਇਤਨਾ ਸੋਲਿਡ ਗਠਿਆ ਹੋਇਆ ਲੀਗਲ ਡਾਕੂਮੈਂਟ ਕਿਸੇ ਨੇ ਬਣਾਇਆ ਹੋਏ, ਜਿਹੜੀ ਸਿੱਖ ਰਹਿਤ ਮਰਿਆਦਾ ਹੈ। ਉਸ ਦੇ ਵਿੱਚ ਪਹਿਲਾ ਪਰਿਭਾਸ਼ਾ ਹੈ। ਹੁਣ ਤੁਸੀਂ ਪਰਿਭਾਸ਼ਾ ਦੇਖ ਲਓ, ਕੋਈ ਦੁਬਦਾ ਨਹੀਂ ਰਹਿ ਜਾਂਦੀ। ਸਿੱਖ ਕੌਣ ਹੈ? ਕਹਿੰਦੇ ਕਿ ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨ ਉਹਦੇ 'ਚ ਨਾਂ ਦੇ ਦਿੱਤੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨਾਮ ਹੀ ਦੇ ਦਿੱਤੇ ਹੈ। ਇਹ ਨਹੀਂਗਾ ਕਿ ਕੋਈ ਹੋਰ ਕਿਸੇ ਨੂੰ ਕਿਹਾ। ਉਹਨਾਂ ਤੱਕ 10 ਗੁਰੂ ਸਾਹਿਬਾਨ ਦੀ ਬਾਣੀ, ਇਹਦੇ 'ਚ 2 ਹੈ, ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ। ਇਹਦਾ ਮਤਲਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸ਼ਾਮਲ ਕਰ ਲਈ ਗਈ। ਔਰ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ, ਉਹ ਸਿੱਖ ਹੈ, ਔਰ ਜਿਹੜਾ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ। ਇਹ ਸਾਰੀ ਬੇਸਿਕ ਹੈਗੀ ਹੈ। ਇਹਦੇ 'ਚ ਸਿੱਖ ਦੀ ਪਰਿਭਾਸ਼ਾ ਆ ਗਈ। ਇਹਦੇ ਬਾਅਦ ਇਸ ਨੂੰ ਵੰਡਿਆ ਉਹਨਾਂ ਨੇ, ਸਿੱਖ ਦੀ ਨਿੱਜੀ ਜ਼ਿੰਦਗੀ ਔਰ ਪੰਥਕ ਜ਼ਿੰਦਗੀ, ਸ਼ਖਸੀ ਜ਼ਿੰਦਗੀ ਔਰ ਪੰਥਕ ਜ਼ਿੰਦਗੀ। ਜਿਹੜਾ ਤੁਸੀਂ ਕਿਹਾ ਸਮਝਣ ਦੀ ਗੱਲ, ਉਹਦੇ 'ਚ ਮੈਂ ਥੋੜਾ ਜਿਹਾ ਤੁਹਾਡੇ ਨਾਲ ਮਤਭੇਦ ਕਹਿ ਲਓ ਜਾਂ ਮੈਂ ਇਹਨੂੰ ਸਪਸ਼ਟ ਕਰਾਂਗਾ। ਤੁਹਾਡਾ ਕਹਿਣਾ ਪਹਿਲਾਂ ਸਮਝ ਲਿਆ ਜਾਏ ਕਿ ਫਿਰ ਉਸ ਦੇ ਬਾਅਦ ਉਹਨੂੰ ਅਮਲ ਆਏਗਾ। ਨਹੀਂ, ਉਹਦੇ 'ਚ ਪਹਿਲੀ ਚੀਜ਼ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੇ। ਅੱਛਾ, ਹੁਣ ਸਿਮਰਨ ਦੇ ਵਿੱਚ ਸਮਝਣ ਦੀ ਲੋੜ ਨਹੀਂ, ਸਿਮਰਨ ਕਰਨਾ। ਜਿਵੇਂ ਬੱਚਾ ਹੈ, ਉਹਨੂੰ ਭੇਜ ਦਿਓ ਜੀ 2 ਦੂਣੀ 4, 2 ਤੀਆ 6, 2 ਚੌਕਾ 8, ਉਹ ਯਾਦ ਕਰਦਾ, ਉਹ ਪੜ੍ਹੀ ਜਾਂਦਾ। ਉਹਨੂੰ ਨਹੀਂ ਪਤਾ ਕਿ ਉਹ ਕੀ ਮਤਲਬ ਹੈ, ਉਹ ਊੜਾ ਐੜਾ ਕਰੀ ਜਾਂਦਾ।
ਸਿਮਰਨ ਦੀ ਕੋਈ ਜੀ। ਪਰਿਭਾਸ਼ਾ ਵੀ ਹੈ ਕਿ ਸਿਮਰਨ ਕੀ ਕਰਨਾ ਹੈ? ਸਿਮਰਨ ਅਕਾਲ ਪੁਰਖ ਦਾ ਕਰਨਾ ਹੈ, ਅਕਾਲ ਪੁਰਖ ਦਾ ਧਿਆਨ ਧਰ ਕੇ ਉਹਦਾ ਸਿਮਰਨ ਕਰੇ, ਵਾਹਿਗੁਰੂ ਦਾ ਸਿਮਰਨ ਕਰੇ। ਸਿੰਪਲ ਦੇ ਦਿੱਤਾ। ਹੁਣ ਉਸਦੇ ਜਿਹੜੇ ਗੁਣ ਹੈਗੇ ਆ ਉਹ ਉਹਨਾਂ ਨੇ ਮੂਲ ਮੰਤਰ ਵਿੱਚ ਦੇ ਦਿੱਤੇ ਹੈਗੇ ਆ ਕਿ ਜਿਹੜਾ ਨਿਰਭਉ ਹੈ, ਨਿਰਵੈਰ ਹੈ, ਉਹਦਾ ਕੋਈ ਨਿਰਾਕਾਰ ਹੈ, ਉਹ ਉਹਨਾਂ ਨੇ ਦੇ ਦਿੱਤੇ। ਸੋ ਉਹਦਾ ਧਿਆਨ ਧਰ ਕੇ ਉਹ ਵਾਹਿਗੁਰੂ ਦਾ ਸਿਮਰਨ ਕਰੇ। ਇਹ ਸਿਮਰਨ ਜਿਹੜੀ ਬੁਨਿਆਦ ਹੈ ਸਿੱਖ ਰਹਿਤ ਮਰਿਆਦਾ ਦੀ, ਸਿੱਖੀ ਦੀ। ਹੁਣ ਕਈ ਲੋਕ ਕਹਿੰਦੇ ਜੀ ਇਹ ਤੋਤਾ ਰਟਨ ਹੈ। ਸਵਾਲ ਇਹ ਹੈ ਕਿ ਸਿੱਖ ਰਹਿਤ ਮਰਿਆਦਾ ਚ ਪਹਿਲੀ ਸ਼ਰਤ ਹੈ ਕਿ ਸਿਮਰਨ ਕਰੇ। ਇਹ ਤਾਂ ਉਹਦਾ ਨਿੱਜੀ ਜੀਵਨ ਨਹੀਂ, ਪਰ ਇਹਦਾ ਨਹੀਂ ਥੋੜਾ ਜਿਹਾ, ਕਿਉਂਕਿ ਹੁਣ ਆਪਾਂ ਗੱਲ ਤੁਰੀ ਤੇ ਗਾਂ ਤੋਰ ਲੈਨੇ ਆ। ਸਿਮਰਨ ਦਾ ਤਰੀਕਾਕਾਰ ਕੀ ਹੋਵੇ? ਕਿਉਂਕਿ ਤੁਸੀਂ ਬਹੁਤ ਡੂੰਘੇ ਗਏ ਹੋ, ਮੈਨੂੰ ਪਤਾ। ਮੈਂ ਆਮ ਲੋਕਾਂ ਲਈ, ਮੇਰੇ ਵਰਗਿਆਂ ਲਈ ਸਮਝਣਾ ਚਾਹੁੰਦਾ ਹੈ ਕਿ ਤਰੀਕਾਕਾਰ ਕੀ ਹੈ। ਸਪੋਜ਼ ਮੈਨੂੰ ਤੁਸੀਂ ਪ੍ਰੈਕਟਿਸ ਦੇ ਵਿੱਚ ਜਰਾ ਦੱਸਿਓ ਕਿਵੇਂ ਅਸੀਂ ਕਰ ਸਕਦੇ ਹਾਂ। ਮੈਨੂੰ ਤਾਂ ਜਿਹੜਾ ਲੱਗਦਾ ਜੀ, ਜੋ ਕਿ ਸਭ ਤੋਂ ਉੱਤਮ ਤਰੀਕਾ ਇਹ ਹੈ ਕਿ ਜਿਹੜਾ ਸਵੇਰੇ ਉੱਠਦੇ ਸਾਰ ਜਿਸ ਵੇਲੇ ਉੱਠਦਾ ਹੈ ਉਸ ਵੇਲੇ ਚੌਕੜਾ ਮਾਰ ਕੇ ਬਹਿ ਜਾਏ। 2 ਮਿੰਟ, 4 ਮਿੰਟ, 10 ਮਿੰਟ, 15 ਮਿੰਟ, ਜਿੰਨੀ ਦੇਰ ਕਰ ਸਕਦਾ ਹੈ, ਉਹ ਜਿਹੜਾ ਹੈ ਉਹ ਵਾਹਿਗੁਰੂ ਦਾ ਅਗਰ ਜਾਪ ਕਰਦਾ ਹੈ, ਉਹ ਕਰਦਿਆਂ ਮੈਨੂੰ ਯਾਦ ਆ ਗਈ, ਪਿਤਾ ਜੀ ਕਹਿੰਦੇ ਸੀ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਨਾਲ ਬਾਣ ਆਉਂਦੀ ਹੈ। ਇਹ ਜਿਹੜੀ ਚੀਜ਼ ਹੈ, ਵਾਹਿਗੁਰੂ ਕਹੋਗੇ ਵਾਹਿਗੁਰੂ ਨਾਲ ਬਾਣ ਆਉਂਦੀ ਹੈ। ਪਰ ਇਹਦੇ ਚ ਇੱਕ ਬੜਾ ਇੰਟਰਸਟਿੰਗ ਵੀ ਹੈ, ਇਹਦੇ ਚ ਦੂਜਾ ਪੱਖ ਵੀ ਹੈ। ਮੈਂ ਪੜ੍ਹ ਰਿਹਾ ਸੀ ਸਾਖੀਆਂ ਚ, ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸਿੱਖ ਆਏ, ਕਹਿੰਦੇ ਜੀ ਤੁਸੀਂ ਕਹਿੰਦੇ ਹੋ ਵਾਹਿਗੁਰੂ 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 ਕਰਿਆ ਕਰੋ, ਤੇ ਜੇ ਕੋਈ ਬੱਚਾ ਚੌਥੀ ਵਾਰ ਮਾਂ 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 ਕਰੇ, 5ਵੀਂ ਵਾਰ ਫਿਰ ਮਾਂ ਕਹੇ ਤੇ ਮਾਂ ਚਪੇੜ ਮਾਰ ਦਿੰਦੀ ਹੈ, ਤੇ ਵਾਹਿਗੁਰੂ ਨਾਰਾਜ਼ ਨਹੀਂ ਗਰੀ ਪੈ ਗਿਆ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਤੋ ਗੁਰੂ ਸਾਹਿਬ ਹੱਸ ਪਏ। ਉਹਨਾਂ ਦੇ ਦੇਖੋ ਸਿੱਖ ਇੰਨੇ ਕਲੋਜ਼ ਸੀ ਕਿ ਉਹ ਗੁਰੂ ਨਾਲ ਇਸ ਤਰ੍ਹਾਂ ਗੱਲਬਾਤ ਕਰ ਸਕਦੇ ਸੀ। ਉਹ ਗੁਰੂ ਸਾਹਿਬ ਕਹਿਣ ਲੱਗੇ, ਗੱਲ ਇਹ ਹੈ ਕਿ ਤੁਹਾਡੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਤੁਹਾਡੀ ਆਵਾਜ਼ ਉੱਥੇ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਤਾਂ ਵਾਹਿਗੁਰੂ ਜਾਣਦਾ ਹੈ, ਇਹ ਤਾਂ ਉਹੀ ਜਾਣਦਾ। ਪਰ ਇੱਕ ਗੱਲ ਹੈ, ਕਹਿੰਦੇ ਜਦੋਂ ਤੁਸੀਂ ਕਿਧਰੇ ਕਹਿੰਦੇ ਵਪਾਰੀ ਜਾ ਰਹੇ ਹੋਣ, ਕੋਈ ਲੁਟੇਰੇ ਆ ਜਾਣ, ਡਾਕੂ ਆ ਜਾਣ, ਫਿਰ ਉਹ ਰਾਜੇ ਨੂੰ ਆਵਾਜ਼ਾਂ ਮਾਰਦਾ, ਪਹੁੰਚੀ ਹੋਏ ਪਹੁੰਚੀ ਹੋਏ, ਤੇ ਉਹ ਚੋਰ ਥੋੜਾ ਪਿੱਛੇ ਹਟਦੇ ਆ। ਜਿਹਨੂੰ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਇਤੇ ਕੂਕਰ ਹੋ ਬੇਗਾਨਾ ਭੌਕਾ ਇਸ ਤਨ ਤਾਈ, ਮੈਂ ਪਰਾਈ ਗਲੀ ਦਾ ਕੁੱਤਾ ਇਸ ਗਲੀ ਚ ਆ ਗਿਆ। ਇਸ ਗਲੀ ਦੇ ਕੁੱਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਮੇਰੇ ਮਗਰ ਪੈ ਗਏ ਹੈ। ਹੁਣ ਜਿੰਨੀ ਦੇਰ ਮੈਂ ਵਾਹਿਗੁਰੂ ਵਾਹਿਗੁਰੂ ਕੂਕਾਂਗਾ ਉਨੀ ਦੇਰ ਇਹ ਕੁੱਤੇ ਇਸ ਤੋਂ ਦੂਰ ਰਹਿਣਗੇ। ਮੈਂ ਆਪਣੇ ਸਰੀਰ ਨੂੰ ਬਚਾਉਣ ਲਈ ਕਰਦਾ, ਮਿਲੇਗਾ ਕਿ ਨਹੀਂ ਮਿਲੇਗਾ, ਪਰ ਇਹ ਸਰੀਰ ਬਚਿਆ ਰਹੇਗਾ। ਸੋ ਇਹ ਜਿਹੜੀ ਇੱਕ ਪਹਿਲੀ ਸਟੇਜ ਹੈਗੀ ਹੈ, ਉਹ ਫਿਰ ਇੱਕ ਅਭਿਆਸ ਬਣ ਜਾਂਦਾ ਹੈ। ਉਹ ਤੁਹਾਡੀ ਇੱਕ ਲੜੀ ਤੁਰ ਪਏਗੀ। ਉਹਦੇ ਬਾਅਦ ਫਿਰ ਉੱਠਦੇ ਬੈਠਦੇ ਜਿਵੇਂ ਫਿਰ ਤੁਹਾਨੂੰ ਤਰੱਦਦ ਨਹੀਂ ਕਰਨਾ ਪਏਗਾ। ਸ਼ੁਰੂ ਚ ਬੜਾ ਔਖਾ ਹੈ, ਬਹੁਤ ਔਖਾ ਹੈ, ਸਿਰ ਵੀ ਦੁਖੇਗਾ, ਪਰ ਇੱਕ ਵਾਰ ਤੁਹਾਡੀ ਅਗਰ ਬਿਰਤੀ ਜੁੜ ਜਾਂਦੀ ਹੈਗੀ ਹੈ, ਇਹ ਨਹੀਂ ਕਿ ਕਿਸੇ ਇੱਕ ਸਿੱਖ ਲਈ, ਕਿਸੇ ਲਈ ਵੀ ਜਿਹੜਾ ਵੀ ਪਰਮਾਤਮਾ ਦਾ ਨਾਮ ਲੈਂਦਾ ਹੈ, ਕਿਉਂਕਿ ਗੁਰੂ ਸਾਹਿਬ ਨੂੰ ਇਸ ਤੇ ਕੋਈ ਇਤਰਾਜ਼ ਨਹੀਂਗਾ। ਉਹਨਾਂ ਨੇ ਕਿਹਾ ਕਹੋ ਨਾਨਕ ਗੁਰ ਖੋਏ ਪਰਮ ਏਕੋ ਅੱਲੋ ਪਾਰ ਬ੍ਰਹਮ, ਜਿਹੜਾ ਮਰਜ਼ੀ ਤੁਸੀਂ ਕਰ ਲਓ, ਪਰ ਸਿੱਖ ਨੂੰ ਜਿਹੜਾ ਹੈ ਉਹ ਵਾਹਿਗੁਰੂ ਦੇ ਸਿਮਰਨ ਦਾ ਸਿੱਖ ਰਹਿਤ ਮਰਿਆਦਾ ਨੇ ਦਿੱਤਾ ਹੈ ਕਿ ਉਹ ਤੁਸੀਂ ਸਵੇਰੇ ਉੱਠ ਕੇ ਉਸ ਨੂੰ ਪਹਿਲਾਂ ਜਿਹੜਾ ਹੈਗਾ ਸਿਮਰਨ ਕਰਨਾ ਹੈਗਾ, ਠੀਕ ਹੈ ਜੀ। ਉਸ ਦੇ ਬਾਅਦ ਉਹਦੀ ਜਿਹੜੀ ਹੈਗੀ ਹੈ ਉਹ ਨਿੱਜੀ ਰਹਿਣੀ ਹੈ, ਨਿਤਨੇਮ ਕਰਨਾ ਹੈਗਾ। ਉਹਦੇ ਬਾਅਦ ਫਿਰ ਗੁਰਦੁਆਰੇ ਦਾ ਹੈਗਾ, ਫਿਰ ਕੀਰਤਨ ਦੀ ਵਿਵਸਥਾ ਹੈ, ਫਿਰ ਕਥਾ ਦੀ ਵਿਵਸਥਾ ਹੈ। ਅਕਾਲ ਤਖਤ ਦੀ ਮਰਿਆਦਾ ਵੱਖਰੀ ਹੈ, ਗੁਰਦੁਆਰਿਆਂ ਦੀ ਵੱਖਰੀ ਹੈ। ਫਿਰ ਪੰਥਕ ਇਹਦੇ ਨਿੱਜੀ ਸੰਸਕਾਰ ਹੈ, ਜਿਹਦੇ ਵਿੱਚ ਜਨਮ ਸੰਸਕਾਰ ਹੈ, ਜਿਹਦੇ ਵਿੱਚ ਆਨੰਦ ਸੰਸਕਾਰ ਹੈ, ਜਿਹਦੇ ਵਿੱਚ ਮ੍ਰਿਤਕ ਸੰਸਕਾਰ ਹੈ। ਇਹ 3 ਬੰਦੇ ਦੇ ਵੱਸ ਵਿੱਚ ਹੈ, ਇਹ 3 ਬੰਦੇ ਦੇ ਨਿੱਜੀ ਹੈਗੇ ਆ। ਔਰ ਜਿਹੜਾ ਦੂਸਰਾ ਹੈਗਾ ਪੰਥਕ ਸੰਸਕਾਰ ਹੈ, ਉਹ ਹੈਗਾ ਅੰਮ੍ਰਿਤ ਸੰਸਕਾਰ। ਉਹਦੇ ਬਾਅਦ ਜਿਹੜਾ ਲਾਸਟ ਚੈਪਟਰ ਹੈ, ਉਹਦੇ ਵਿੱਚ ਹੈਗਾ ਗੁਰੂ ਪੰਥ ਕੀ ਹੈ, ਗੁਰੂ ਪੰਥ ਦੀ ਮਰਿਆਦਾ ਕੀ ਹੈ, ਸੇਵਾ ਕਿੱਦਾਂ ਕਰਨੀ ਹੈ, ਪੰਥਕ ਮਸਲੇ ਹੋਣ ਉਹਨਾਂ ਦਾ ਹੱਲ ਕਿੱਦਾਂ ਕਰਨਾ ਹੈ, ਅਕਾਲ ਤਖਤ ਸਾਹਿਬ ਦੀ ਕੀ ਅਥਾਰਟੀ ਹੈ। ਇਹ ਫਿਰ ਸੋ ਇਸ ਤਰੀਕੇ ਦੇ ਨਾਲ ਦੇਖਿਆ ਜਾਏ ਤਾਂ ਮੈਂ ਜਿਹੜੀ ਆਪਣੀ ਕਿਤਾਬ ਹੈ, ਇਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਸੀ, ਜਿਵੇਂ ਬੇਅਰ ਐਕਟ ਹੁੰਦਾ ਹੈ, ਕਾਨੂੰਨ ਹੁੰਦਾ ਹੈ, ਕਾਨੂੰਨ ਵਿਆਖਿਆ ਨਹੀਂ ਕਰਦਾ, ਕਾਨੂੰਨ ਉਹ ਦੇ ਦਿੰਦਾ ਹੈ। ਸੋ ਮੇਰੀ ਕੋਸ਼ਿਸ਼ ਹੋਈ ਹੈ, ਇਹ ਜਿਹੜੀ ਪੁਸਤਕ ਹੈਗੀ ਹੈ ਸਾਖੀ, ਮੈਂ ਤੁਹਾਨੂੰ ਦਿਖਾ ਦਿਆਂ, ਸਿੱਖ ਰਹਿਤ ਮਰਿਆਦਾ ਜੀ ਕੀ। ਇਹਦੇ ਓਰੀਜਨਲੀ 17 ਪੇਜ ਦਾ ਹੈਗਾ ਡਾਕੂਮੈਂਟ, ਇਹ 500 ਸਫੇ ਦੀ ਹੈ ਜੀ। ਇਹਦੇ ਵਿੱਚ ਹਰ ਮੱਧ ਨੂੰ ਉਹਦੇ ਹਵਾਲੇ ਗੁਰਬਾਣੀ ਦੇ, ਗੁਰ ਇਤਿਹਾਸ ਦੇ, ਰਹਿਤਨਾਮਿਆਂ ਦੇ, ਬਲਕਿ ਦੂਸਰੇ ਧਰਮਾਂ ਦੇ ਵੀ ਦਿੱਤੇ ਹੈ। ਕਿਉਂ? ਜਿਹਦੇ ਚ ਜ਼ਰੂਰਤ ਇਸ ਕਰਕੇ ਪਈ ਹੈ, ਹੁਣ ਲਿਖਿਆ ਸਰਬਲੋ ਦਾ ਕੜਾ ਹੱਥ ਰੱਖਣਾ। ਹੁਣ ਜੇ ਇਹਦਾ ਅਗਰ ਨਾ ਪਤਾ ਹੋਏ, ਹੁਣ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹੈ, ਇੱਕ ਗੱਲ ਕਹਿ ਰਹੇ ਹੈ ਕਿ ਗੋਬਰ ਤਰਨ ਨਾ ਜਾਈ,
ਗੋਬਰ ਤੁਹਾਡਾ ਪਾਰ ਉਤਾਰਾ ਨਹੀਂ ਕਰ ਸਕਦਾ। ਹੁਣ ਆਮ ਪੁੱਛ ਸਕਦਾ ਭਾਈ ਗੋਬਰ ਕਿਸ ਤਰ੍ਹਾਂ ਪਾਰ ਉਤਾਰਦਾ, ਇਹ ਕਿਉਂ ਲਿਖ ਦਿੱਤਾ? ਹੁਣ ਇਹ ਵਿਆਖਿਆ ਨਹੀਂ ਹੈ, ਇਹ ਜ਼ਰੂਰ ਲਿਖਿਆ ਕਿ ਲੰਗਰ ਵਿੱਚ ਗੋਹਾ ਨਾ ਬਾਲੇ, ਇਹ ਲਿਖਿਆ ਲੋਹੇ ਦੇ ਬਾਟੇ ਨੂੰ ਮੂੰਹ ਲਾ ਕੇ ਅੰਮ੍ਰਿਤ ਛਕੇ, ਇਹ ਲਿਖਿਆ ਲੋਹੇ ਦਾ ਜਿਹੜਾ ਦੋਨੋਂ ਬੁੱਕ ਦੇ ਵਿੱਚ ਪੀਵੇ, ਹੈ ਨਾ ਜੀ, ਦੋਨੋਂ ਅੰਜਲੀ ਜਿਹੜੀ ਹੁੰਦੀ ਹੈ। ਪਰ ਇਹਨਾਂ ਦੀ ਵਿਆਖਿਆ ਨਹੀਂ ਹੈ ਇਸ ਪੁਸਤਕ ਦੇ ਵਿੱਚ। ਉਹਨਾਂ ਸਾਰੀਆਂ ਚੀਜ਼ਾਂ ਦੀ ਵਿਆਖਿਆ, ਔਰ ਜਿੱਥੇ ਲੋੜ ਪਈ ਹੈ ਉਹ ਸਾਰੀਆਂ ਸਿਮਰਤੀਆਂ, ਸ਼ਾਸਤਰਾਂ, ਪੁਰਾਣਾ, ਵੇਦਾਂ ਦੇ ਔਰ ਦੂਸਰੇ ਧਰਮਾਂ ਦੇ, ਕੁਰਾਨ ਦੇ, ਅੰਜੀਲ ਦੇ ਔਰ ਉਹਨਾਂ ਦੇ ਹਵਾਲੇ ਦੇ ਕੇ ਉਸ ਕੌਮ ਨੂੰ, ਉਸ ਜਿਹੜੀ ਅਸੂਲ ਨੂੰ ਸਮਝਣ ਦੀ ਦ੍ਰਿੜ ਕੀਤੀ ਹੈ। ਜਿਵੇਂ ਹੁਣ ਕੁੱਠਾ ਹੈ, ਇਹ ਸਾਡੇ ਇਹਦੇ ਵਿੱਚ ਨਹੀਂ ਮਿਲੇਗਾ, ਪਰ ਇਹਦੀ ਵਿਆਖਿਆ ਜਿਹੜੀ ਹੈ ਕੁਰਾਨ ਮਜੀਦ ਦੇ ਵਿੱਚ ਮਿਲੇਗੀ। ਸੂਰਾ ਅਲ ਬਕਰਾ ਜਿਹੜੀ ਕੁਰਾਨ ਦੀ ਦੂਸਰਾ ਸੂਰਤ ਹੈਗੀ ਆ, ਔਰ ਬੜੇ ਹੈਰਾਨ ਹੋਵੋਗੇ ਤੁਸੀਂ, ਅਸੀਂ ਆਮ ਤੌਰ ਤੇ ਬੱਕਰਾ ਕਹਿ ਦਿੰਦੇ ਆ, ਜਿਹੜਾ ਵਿਚਾਰਾ ਬੱਕਰਾ ਹੁੰਦਾ ਹੈ, ਪਰ ਨਹੀਂ, ਅਲ ਬਕਰਾ ਜਿਹੜਾ ਹੈ, ਬੱਕਰਾ ਗਾਂ ਨੂੰ ਕਿਹਾ ਜਾਂਦਾ ਜਾਂ ਬੈਲ ਨੂੰ ਕਿਹਾ ਜਾਂਦਾ। ਸੂਰਾ ਅਲ ਬਕਰਾ, ਬੱਕਰਾ ਗਾਂ ਜਾਂ ਬੈਲ ਨੂੰ ਕਿਹਾ ਜਾਂਦਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਈਦ ਬਕਰੀਦ ਜਿਹੜਾ ਹੈ ਜਾ ਕੇ ਗਊ ਜਿਬਾ ਕਰੇ, ਉਹ ਗਊ ਜਿਬਾ ਕਰਨ ਨੂੰ ਬਕਰੀਦ ਕਿਹਾ ਜਾਂਦਾ ਸੀਗਾ। ਸੋ ਅਸਲ ਵਿੱਚ ਗੱਲ ਨੂੰ ਮੰਨਣਾ ਦੂਜੀ ਸਟੇਜ ਹੈ। ਤੁਸੀਂ ਜਿਹੜੀ ਪਹਿਲੀ ਗੱਲ ਕਹੀ, ਸਮਝ ਆ ਜਾਏ, ਫਿਰ ਉਸ ਤੇ ਮੰਨਣਾ ਵੀ ਆਸਾਨ ਹੋ ਜਾਂਦਾ, ਫਿਰ ਉਹਦੇ ਪ੍ਰਤੀ ਜਿਹੜੀ ਹੈ ਉਹ ਸ਼ਰਧਾ ਵੀ ਪੈਦਾ। ਮੈਂ ਲਾਂਬਾ ਸਾਹਿਬ ਤੁਹਾਡੇ ਕੋਲੋਂ ਅਗਲੇ ਐਪੀਸੋਡ ਜਿਹੜੇ ਅਸੀਂ ਜਿਨ੍ਹਾਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਸਮਝ ਸਾਨੂੰ ਤਰੱਦਦ ਕਰਕੇ ਆਉਣੀ ਹੈ ਜੇ ਆਪ ਪੜ੍ਹਨਾ ਹੋਵੇ, ਕਿਉਂਕਿ ਤੁਸੀਂ ਇਹਨੂੰ ਜੀਵਿਆ, ਤੁਸੀਂ ਹਵਾਲੇ ਦੂਜੇ ਧਰਮਾਂ ਚੋਂ ਲਏ ਆ ਔਰ ਬਹੁਤ ਵੱਡੀਆਂ ਕਿਤਾਬਾਂ ਤੁਸੀਂ ਜਿਹੜਾ ਉਹਨਾਂ ਨੂੰ ਪੜ੍ਹਿਆ। ਅਸੀਂ ਚਾਹਾਂਗੇ ਕਿ ਅਸੀਂ ਥੋੜੀ ਘੱਟ ਮਸ਼ੱਕਤ ਕਰਕੇ ਚੀਜ਼ਾਂ ਸਮਝੀਏ, ਪਰ ਜਿੱਥੇ ਸਾਡਾ ਲਾਲਚ ਹੈ, ਸਾਡੀ ਮਤਲਬ ਪ੍ਰਸਤੀ ਹੈ। ਪਰ ਮੇਰਾ ਸਵਾਲ ਇਹ ਹੈ, ਇੱਕ ਹੁਣ 2-3 ਨਿੱਕੇ ਸਵਾਲ ਕਰਕੇ ਖਤਮ ਕਿ ਜਿਹੜੀ ਇਹ ਮਰਿਆਦਾ ਹੈ, ਇਹ ਮਰਿਆਦਾ ਸਿੱਖਾਂ ਦੀ ਹੁੰਦੀ ਹੈ, ਗੁਰਦੁਆਰਿਆਂ ਦੀ ਹੁੰਦੀ ਹੈ, ਜਾਂ ਇਹ ਅਕਾਲ ਤਖਤ ਸਾਹਿਬ ਜਾਂ ਤਖਤਾਂ ਦੀ ਹੁੰਦੀ ਹੈ? ਇਹ ਜਰਾ ਕਲੀਅਰ ਕਰ ਦਿਓ ਜੀ। ਸਭ ਤੋਂ ਇਹਨਾਂ ਤਿੰਨਾਂ ਦਾ ਜਵਾਬ ਦੇਣ ਤੋਂ ਪਹਿਲੇ ਇੱਕ ਚੀਜ਼ ਸਮਝ ਲਈਏ ਕਿ ਮਰਿਆਦਾ ਕਹਿੰਦੇ ਕਿਹਨੂੰ ਹੈ। ਮਰਿਆਦਾ ਕੀ ਚੀਜ਼ ਹੁੰਦੀ ਹੈ? ਮਰਿਆਦਾ ਲਫ਼ਜ਼ ਬਣਿਆ ਸੰਸਕ੍ਰਿਤ ਦੀ ਧਾਤੂ ਤੋਂ ਬਣਿਆ ਹੈ, ਮਰੀਆ ਤੋਂ। ਮਰੀਆ ਨਦੀ ਦੇ ਦੋ ਕਿਨਾਰਿਆਂ ਨੂੰ ਕਿਹਾ ਜਾਂਦਾ ਹੈ। ਜਦੋਂ ਨਦੀ ਦਾ ਪਾਣੀ, ਨਦੀ ਜਿਹੜੀ ਹੈ ਆਪਣੇ ਕਿਨਾਰਿਆਂ ਦੇ ਅੰਦਰ, ਕੰਢਿਆਂ ਦੇ ਅੰਦਰ ਵਗ ਰਹੀ ਹੈ, ਉਹ ਨਦੀ ਹੈ, ਉਹ ਲਾਹੇਵੰਦ ਹੈ। ਪਰ ਜਦੋਂ ਉਹ ਨਦੀ, ਉਹ ਦਰਿਆ ਆਪਣੇ ਕੰਢੇ ਤੋੜ ਦਿੰਦਾ ਹੈ, ਆਪਣੀ ਮਰਿਆ ਤੋਂ ਬਾਹਰ ਚਲਾ ਜਾਂਦਾ ਹੈ, ਉਹ ਫਿਰ ਨਾਮਰਜ਼ਾਦ ਹੋ ਜਾਂਦਾ ਹੈ, ਬਿਨਾਂ ਮਰਜ਼ਾਦਾ ਦੇ ਹੋ ਜਾਂਦਾ ਹੈ, ਉਹ ਤਬਾਹੀ ਹੈ। ਸੋ ਗੁਰੂ ਸਾਹਿਬ ਵੀ ਕਹਿੰਦੇ ਹੈ ਕਿ ਜਦੋਂ ਜੀਵਨ ਮਰਿਆਦਾ ਤੋਂ ਬਾਹਰ ਚਲਾ ਗਿਆ, ਫਿਰ ਉਹ ਬਰਬਾਦੀ ਹੈ, ਤਬਾਹੀ ਹੈ। ਪਰ ਇੱਥੇ ਇੱਕ ਗੱਲ ਦੇਖਣ ਦੀ ਲੋੜ ਹੈ, ਮਰਿਆਦਾ ਚਾਹੀਦੀ ਹੈ। ਮਰਿਆਦਾ ਤਾਂ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਜੀ ਦੀ ਵੀ ਮਰਿਆਦਾ ਹੈ, ਉਹਨਾਂ ਦੀ ਵੀ ਮਰਿਆਦਾ ਹੈ, ਹੋਰਾਂ ਦੀ ਵੀ ਮਰਿਆਦਾ ਹੈ। ਸੋ ਸਾਨੂੰ ਮਰਿਆਦਾ ਚਾਹੀਦੀ ਹੈ, ਪਰ ਮਰਿਆਦਾ ਰਹਿਤ ਦੀ ਚਾਹੀਦੀ ਹੈ। ਰਹਿਤ ਦਾ ਮਤਲਬ ਹੈ ਰਹਿਣੀ ਕਿੱਦਾਂ ਦੀ ਹੋਣੀ ਹੈ, ਸਾਡਾ ਆਚਾਰ ਕਿੱਦਾਂ ਦਾ ਹੋਣਾ। ਫਿਰ ਉਹ ਰਹਿਣੀ ਵੀ ਜਿਹੜੀ ਹੈ, ਕਈ ਜਿਵੇਂ ਇਸ ਤਰ੍ਹਾਂ ਤੇ ਕਾਮਰੇਡਾਂ ਦੀ ਵੀ, ਕਮਿਊਨਿਸਟਾਂ ਦੀ ਵੀ ਰਹਿਣੀ, ਜਾਂ ਆਮ ਬੰਦੇ ਵੀ ਕਹਿੰਦੇ ਚੰਗੀ ਰਹਿਣੀ, ਪਰ ਜਿਹੜੀ ਸਿੱਖ ਨੇ ਰਹਿਣੀ ਜੀਣੀ ਹੈ, ਉਹ ਸਿੱਖ ਰਹਿਤ ਮਰਿਆਦਾ। ਸੋ ਸਿੱਖ ਰਹਿਤ ਮਰਿਆਦਾ 3 ਲਫ਼ਜ਼ਾਂ ਦਾ ਜੋੜ ਹੈ, ਸਿੱਖ ਰਹਿਤ ਮਰਿਆਦਾ। ਇਹਦੇ ਵਿੱਚ ਸਿੱਖ ਦੀ ਪਰਿਭਾਸ਼ਾ ਦਿੱਤੀ ਹੈ, ਵਿਆਖਿਆ ਕੀਤੀ ਗਈ ਹੈ, ਰਹਿਤ ਦੀ ਦਿੱਤੀ ਗਈ ਹੈ, ਔਰ ਇਹਦੇ ਨਾਲ ਮਰਿਆਦਾ ਸਾਰੀ ਬਣਾਈ ਹੈ। ਹੁਣ ਪਹਿਲਾ ਜਿਹੜਾ ਚੈਪਟਰ ਹੈਗਾ ਉਹ ਹੈਗਾ ਸਿੱਖ ਦੀ ਨਿੱਜੀ ਜ਼ਿੰਦਗੀ ਦਾ, ਸ਼ਖਸੀ ਕਿੱਦਾਂ। ਦੂਜੀ ਹੈਗੀ ਹੈ ਗੁਰਦੁਆਰਿਆਂ ਦੀ, ਗੁਰਦੁਆਰਿਆਂ ਦੀ ਮਰਿਆਦਾ ਹੈ। ਹੁਣ ਗੁਰਦੁਆਰਿਆਂ ਦੀ ਮਰਿਆਦਾ ਅਸੀਂ ਹੌਲੇ ਮੈਨੂੰ ਲੱਗਦਾ ਹੈ, ਕਿਉਂਕਿ ਉਹਦਾ ਕਾਰਨ ਇਹ ਸੀ ਜਿਹੜਾ ਇਸ ਕਿਤਾਬ ਦੇ ਲਿਖਣ ਦਾ ਵੀ ਕਾਰਨ ਬਣ ਰਿਹਾ ਹੈ, ਕਿ ਜਿਵੇਂ ਅਸੀਂ ਕਰ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ ਮਰਿਆਦਾ, ਅਸੀਂ ਬਾਹਰ ਖਾਸ ਕਰਕੇ ਵਿਦੇਸ਼ਾਂ ਵਿੱਚ ਔਰ ਹਿੰਦੁਸਤਾਨ ਵਿੱਚ ਵੀ ਬਦਲ ਰਹੀ ਹੈ। ਤੁਸੀਂ ਹਰਮੰਦਰ ਸਾਹਿਬ ਜਾਓ, ਕੇਸਗੜ੍ਹ ਸਾਹਿਬ ਜਾਓ, ਪਟਨਾ ਸਾਹਿਬ ਜਾਓ, ਕਿਸੇ ਤਖਤ ਸਾਹਿਬ ਤੇ ਚਲੇ ਜਾਓ, ਕਿਸੇ ਪੁਰਾਤਨ ਗੁਰਦੁਆਰੇ ਚਲੇ ਜਾਓ, ਇੱਕ ਚੀਜ਼ ਤੁਸੀਂ ਵੇਖੋਗੇ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਔਰ ਉਹਦੇ ਪਰਪੈਂਡੀਕੂਲਰ 90 ਡਿਗਰੀ ਦੇ ਉੱਤੇ ਰਾਗੀ ਸਿੰਘ ਹੈਗੇ ਆ। ਪੁਰਾਤਨ ਜਿਹੜੀਆਂ ਤਸਵੀਰਾਂ ਵੀ ਗੁਰੂ ਸਾਹਿਬ ਦੀਆਂ ਹਰਮੰਦਰ ਸਾਹਿਬ ਵੀ ਲੱਖੀਆਂ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਭਾਈ ਮਰਦਾਨਾ ਜੀ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਆ, ਉਹ ਐਲ ਸ਼ੇਪ ਵਿੱਚ ਹੈਗੀ ਹੈ ਸਾਰੀ ਜਗ੍ਹਾ। ਉਹਦਾ ਕਾਰਨ ਹੈ ਕਿ ਉਹਨਾਂ ਨੇ ਕੀਰਤਨ ਗੁਰੂ ਨੂੰ ਸੁਣਾਣਾ। ਹੁੰਦਾ ਕੀ ਹੈ, ਜਿਵੇਂ ਵਿਦੇਸ਼ਾਂ ਵਿੱਚ ਹੋ ਗਿਆ ਜਾਂ ਇੱਥੇ ਹੋ ਗਿਆ, ਵੱਡੇ ਹਾਲ ਬਣ ਗਏ। ਪੁਰਾਣੇ ਸਾਰੇ ਪੰਜਾਬ ਦੇ ਇਤਿਹਾਸਕ ਗੁਰਦੁਆਰੇ ਦੇ ਹਾਲ ਬੜੇ ਛੋਟੇ ਹੁੰਦੇ ਸੀ, ਉਹਦੇ ਬਾਅਦ ਬਰਾਂਡਾ ਹੁੰਦਾ ਸੀ, ਫਿਰ ਵਿਹੜਾ ਹੁੰਦਾ ਸੀ, ਇਹ ਉਹਦੀ ਸਿਲਸਿਲਾ ਸੀ। ਅਸੀਂ ਕੀ ਕਰ ਦਿੱਤਾ, ਵੱਡੇ ਹਾਲ ਬਣਾ ਦਿੱਤੇ, 1000 ਬੰਦਿਆਂ ਦੇ ਅੰਦਰ ਬੈਠਾ ਇੱਕ ਰਾਗੀ ਸਿੰਘ ਹੁੰਦੇ ਹੈ ਤੇ ਇੱਕ ਸੁਣਨ ਵਾਲਾ ਹੁੰਦਾ, ਜਾਂ ਕਈ ਵਾਰੀ ਤੇ ਉਹ ਵੀ ਨਹੀਂ ਹੁੰਦੇ,
ਔਰ ਉਹਦਾ ਨਤੀਜਾ ਕੀ ਨਿਕਲਿਆ ਕਿ ਉਹ ਰਾਗੀ ਉਹਨਾਂ ਨੇ ਜਿਹੜੀ ਸਟੇਜ ਸੀ, ਜਿਹੜੀ ਐਲ ਸ਼ੇਪ ਦੀ ਬਜਾਏ ਉਹ ਉਹਨਾਂ ਨੇ ਕਰ ਦਿੱਤੀ ਹੈ ਉਹਦੇ ਬਰਾਬਰ ਕਰ ਦਿੱਤੀ ਹੈ, ਪੈਰਲਲ ਬਣਾਤੀ ਗੁਰੂ ਗ੍ਰੰਥ ਸਾਹਿਬ ਦੇ। ਹੁਣ ਉਹਦਾ ਮੂੰਹ ਸੰਗਤ ਵਾਲਾ, ਸੰਗਤ ਹੈ ਨਹੀਂ ਗੀ, ਉਹਨੂੰ ਮਾਯੂਸੀ ਹੁੰਦੀ ਹੈ। ਸੋ ਇੱਕ ਤਾਂ ਇਹ ਬੁਨਿਆਦੀ ਤੌਰ ਤੇ ਜਿਵੇਂ ਰਹਿਤ ਮਰਿਆਦਾ ਦੀ ਸੀਗੀ। ਦੂਸਰੀ ਚੀਜ਼ ਜਿਹੜੀ ਹੈਗੀ ਹੈ, ਤੁਸੀਂ ਦੇਖੋਗੇ ਹਰਮੰਦਰ ਸਾਹਿਬ ਦੀ ਮਰਿਆਦਾ ਔਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਿਲਕੁਲ ਵੱਖਰੀ ਹੈ। ਉਹਦਾ ਕਾਰਨ ਹੈਗਾ ਕਿ ਇਹ ਜਿਹੜਾ ਹੈ ਇਹ ਦਰਬਾਰ ਹੈ। ਇੱਥੇ ਹਰਮੰਦਰ ਸਾਹਿਬ ਦੇ ਵਿੱਚ ਮਹਾਰਾਜ ਦੀ ਪਾਲਕੀ ਬਾਹਰੋਂ ਆਂਦੀ ਹੈ, ਅਕਾਲ ਤਖਤ ਸਾਹਿਬ ਤੋਂ ਆਂਦੀ ਹੈ। ਪਾਲਕੀ ਇੱਕ ਸਵਾਰੀ ਹੈ, ਪਾਲਕੀ ਬਾਹਰ ਰੁਕ ਜਾਂਦੀ ਹੈ। ਸਵੇਰ ਵੇਲੇ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੁੰਦਾ ਹੈ। ਮਹਾਰਾਜ ਦੀ ਕੀਰਤਨ ਹੁੰਦੇ ਦੌਰਾਨ ਮਹਾਰਾਜ ਦੀ ਪਾਲਕੀ ਆ ਕੇ ਉਹ ਮੰਜੀ ਸਾਹਿਬ ਦੇ ਉੱਤੇ ਸੁਸ਼ੋਭਿਤ ਕਰਦੇ ਆ, ਕੀਰਤਨ ਰੁਕ ਜਾਂਦਾ ਹੈ। ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬ ਆ ਕੇ ਬੈਠੇ ਹੋਣ ਤੇ ਸੰਗਤ ਦਾ ਇੰਤਜ਼ਾਰ ਕਰਨ। ਸੰਗਤ ਇੰਤਜ਼ਾਰ ਗੁਰੂ ਦਾ ਕਰਦੀ ਹੈ, ਗੁਰੂ ਸੰਗਤ ਦਾ ਇੰਤਜ਼ਾਰ ਨਹੀਂ ਕਰਦਾ। ਇਹ ਮਰਿਆਦਾ ਸੀਗੀ ਸਮਝਣ ਵਾਲੀ। ਹੁਣ ਉਹ ਜਿਹੜਾ ਸਿਸਟਮ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ, ਉਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਇੱਕ ਤਖਤ ਹੈ, ਥਰੋਨ ਹੈ, ਉਹ ਬਾਦਸ਼ਾਹਤ ਦਾ ਚਿੰਨ੍ਹ ਹੈ। ਹਰਮੰਦਰ ਸਾਹਿਬ ਦੇ ਵਿੱਚ ਕੋਈ ਜੈਕਾਰਾ ਨਹੀਂ ਬੁਲਾਇਆ ਜਾਂਦਾ, ਕੋਈ ਕਥਾ ਨਹੀਂ ਹੁੰਦੀ, ਕੋਈ ਲੈਕਚਰ ਨਹੀਂ ਹੁੰਦਾ। ਪਰ ਜਿਹੜੀਆਂ ਗੱਲਾਂ ਹਰਮੰਦਰ ਸਾਹਿਬ 'ਚ ਨਹੀਂ ਹੁੰਦੀਆਂ, ਅਕਾਲ ਤਖਤ ਤੇ ਹੁੰਦੀਆਂ। ਹਰਮੰਦਰ ਸਾਹਿਬ ਤੁਹਾਨੂੰ ਨਮਸਕਾਰ ਝੁੱਕ ਕੇ ਕਰਨਾ ਪੈਂਦਾ, ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਇਆ ਜਾਂਦਾ। ਤਖਤਾਂ ਦੀ ਪਰਿਕਰਮਾ ਨਹੀਂ ਹੁੰਦੀ, ਤਖਤਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਉਹ ਗੁਰਦੁਆਰਾ ਨਹੀਂ ਹੈ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਹੈ। ਭਾਵੇਂ ਤੁਸੀਂ ਕੇਸਗੜ੍ਹ ਸਾਹਿਬ ਚਲੇ ਜਾਓ, ਹਜ਼ੂਰ ਸਾਹਿਬ ਚਲੇ ਜਾਓ, ਪਟਨਾ ਸਾਹਿਬ ਚਲੇ ਜਾਓ, ਅਕਾਲ ਤਖਤ ਸਾਹਿਬ ਦਾ ਪ੍ਰਕਾਸ਼ ਹੈ, ਸ਼ਸਤਰਾਂ ਨੂੰ ਨਮਸਕਾਰ ਕਰਦੇ ਹੋ ਤੁਸੀਂ। ਔਰ ਉਹ ਉੱਥੇ ਨਗਾੜੇ ਵੀ ਹੈ, ਉੱਥੇ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ, ਉੱਥੇ ਦੀ ਮਰਿਆਦਾ ਬਿਲਕੁਲ, ਉੱਥੇ ਦੇ ਗੁੰਬਦ ਜਿਹੜੇ ਬੁਲੰਦ ਹੈ, ਹਰਮੰਦਰ ਸਾਹਿਬ ਦਾ ਗੁੰਬਦ ਬੈਠਵਾਂ, ਸੋ ਉਹਨਾਂ ਦੀ ਮਰਿਆਦਾ ਵੱਖਰੀ ਹੈ। ਅਕਾਲ ਤਖਤ ਸਾਹਿਬ ਦਾ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਰੋਲ ਹੈ, ਬਹੁਤ ਵੱਡਾ ਰੋਲ ਹੈ ਮਰਿਆਦਾ ਦੇ ਵਿੱਚ। ਉਹ ਹੈਗਾ ਕਿ ਰਹਿਤ ਮਰਿਆਦਾ ਸਪਸ਼ਟ ਹੈ, ਸਥਾਨਕ ਗੁਰ ਸੰਗਤ ਦੇ ਫੈਸਲੇ ਦੀ ਅਪੀਲ ਅਕਾਲ ਤਖਤ ਸਾਹਿਬ ਤੇ ਹੋ ਸਕਦੀ ਹੈ ਜੀ। ਹਰ ਮਸਲਾ ਅਕਾਲ ਤਖਤ ਤੇ ਨਹੀਂ ਜਾਣਾ ਚਾਹੀਦਾ, ਨਹੀਂ ਜਾਂਦਾ। ਮਗਰ ਹੋਇਆ ਕੀ ਹੈ ਕਿ ਇਹ ਰਹਿਤ ਮਰਿਆਦਾ ਦੀ ਵਿਆਖਿਆ ਸਹੀ ਨਹੀਂ ਕਰ ਪਾਉਣ ਦੀ ਵਜ੍ਹਾ ਕਰਕੇ ਇੱਕ ਬੜੀ ਵੱਡੀ ਊਣਤਾਈ ਆ ਗਈ ਹੈ ਸਾਡੇ ਵਿੱਚ। ਕਿਉਂਕਿ ਇਸ ਦੇ ਵਿੱਚ ਲਿਖਿਆ ਸੀ ਪਹਿਲੇ 1936 ਵਾਲੀ ਮਰਿਆਦਾ 'ਚ ਕਿ ਇੱਕ ਸੰਗਤ ਸੀ, ਇੱਕ ਗੁਰਸੰਗਤ ਸੀ ਤੇ ਇੱਕ ਪੰਥ ਸੀ ਜੀ। ਉਹਦੇ ਵਿੱਚ ਲਿਖਿਆ ਸੀ ਕਿ ਗੁਰਸੰਗਤ ਦੇ ਸਥਾਨਕ ਫੈਸਲੇ ਦੀ ਅਪੀਲ ਅਕਾਲ ਤਖਤ ਤੇ ਹੋ ਸਕਦੀ ਹੈ। ਮਗਰ 1945 ਦੇ ਵਿੱਚ ਕੀ ਕੀਤਾ ਗਿਆ ਕਿ ਉਹ ਗੁਰਸੰਗਤ ਲਫ਼ਜ਼ ਡਿਲੀਟ ਕਰ ਦਿੱਤਾ ਗਿਆ। ਹੁਣ ਗੁਰਸੰਗਤ ਹੈ ਨਹੀਂ ਜੀ। ਉਹਦਾ ਨਤੀਜਾ ਇਹ ਨਿਕਲਿਆ ਕਿ ਹਰ ਲੋਕ ਜਿਹੜਾ ਵੀ ਕੋਈ ਛੋਟਾ ਛੋਟਾ ਮਸਲਾ ਚੁੱਕ ਕੇ ਅਕਾਲ ਤਖਤ ਸਾਹਿਬ ਦੇ ਕੋਲ ਪੇਸ਼ ਹੋ ਜਾਂਦੇ ਆ, ਉੱਥੇ ਚਲੇ ਜਾਂਦੇ ਆ। ਲੋਕੀ ਆਪੇ ਹੀ ਜਾ ਕੇ ਜੀ ਮੈਂ ਇਹ ਗਲਤੀ ਕੀਤੀ, ਮੈਨੂੰ ਇਹ ਬਖਸ਼ ਦਿਓ, ਮੈਨੀ ਇਹ ਗਲਤੀ ਹੋ। ਸਵਾਲ ਉਹਦੇ ਮਰਿਆਦਾ 'ਚ ਲਿਖਿਆ ਹੈ ਕਿ ਜੇ ਤੁਹਾਡੇ ਕੋਲ ਗਲਤੀ ਹੁੰਦੀ ਹੈ, ਸਥਾਨਕ ਸੰਗਤ ਵਿੱਚ ਜਾਓ, ਆਪਣੇ ਪਿੰਡ ਦੇ ਗੁਰਦੁਆਰੇ ਜਾਓ, ਆਪਣੇ ਸ਼ਹਿਰ ਦੇ ਗੁਰਦੁਆਰੇ ਜਾ ਕੇ ਉਹਦੇ ਵਿੱਚ ਜਾ ਕੇ ਸੰਗਤ ਦੇ ਵਿੱਚੋਂ ਭੁੱਲ ਬਖਸ਼ਾਓ। ਇਹ ਸਾਰਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਇਹ ਇੱਕ ਗਲਤ ਜਿਹੜਾ ਇੱਕ ਪਰੰਪਰਾ ਜਿਹੜੀ ਸ਼ੁਰੂ ਹੋ ਗਈ ਹੈ, ਜੇਕਰ ਇਸ ਕਿਤਾਬ ਦੇ ਰਾਹੀਂ ਉਹ ਪਰੰਪਰਾ ਫਿਰ ਮੁੜ ਬਹਾਲ ਹੋ ਸਕੇ ਗੁਰਸੰਗਤ ਦੀ। ਮੈਨੂੰ ਸਿਰਫ ਇੰਨਾ ਕਿ ਜਾਂਦੇ ਜਾਂਦੇ ਜ਼ਰੂਰ ਦੱਸਿਓ, ਦੋ ਚੀਜ਼ਾਂ ਪੁੱਛਣੀਆਂ। ਇੱਕ ਤਾਂ ਮੈਨੂੰ ਮੂਲ ਮੰਤਰ ਸਾਹਿਬ ਜਿਹੜਾ ਅਸੀਂ ਮਰਿਆਦਾ ਦੇ ਰਹਿਤ ਮਰਿਆਦਾ ਅਨੁਸਾਰ ਅਸੀਂ ਕਿੱਥੋਂ ਤੱਕ ਜਾਣਾ ਹੈ, ਉਹਦੇ ਤੇ ਕਦੇ ਕਦੇ ਵਿਵਾਦ ਸੁਣੀਂਦਾ। ਦੂਜਾ ਪੱਖ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੌਜੂਦਾ ਸਰੂਪ ਜਾਂ ਕਾਰਜ ਖੇਤਰ ਜਿਹੜਾ ਹੈ ਇਹ ਕਦੋਂ ਕੁ ਨਿਰਧਾਰਿਤ ਹੁੰਦਾ ਹੈ। 1945 ਵਾਲੀ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਨੂੰ ਕਿਹੋ ਜਿਹੀਆਂ ਸ਼ਕਤੀਆਂ ਦਿੰਦੀ ਹੈ? ਉਹਨਾਂ ਦੀ ਕੋਈ ਸੀਮਾ ਵੀ ਹੈ ਸ਼ਕਤੀਆਂ ਦੀ, ਕਿੱਥੋਂ ਕੁ ਤੱਕ ਜਾ ਸਕਦੇ? ਨਹੀਂ, ਜਿਹੜਾ ਤੇ ਪਹਿਲਾ ਤੁਹਾਡਾ ਸਵਾਲ ਹੈਗਾ ਉਹ ਤੇ ਹੈਗਾ ਕਿ ਮੂਲ ਮੰਤਰ ਕਿੱਥੋਂ ਤੱਕ ਹੈ, ਉਹਦੇ 'ਚ ਕੋਈ ਦੁਬਿਧਾ ਨਹੀਂ ਹੈਗੀ। ਉਹਦੇ ਵਿੱਚ ਰਹਿਤ ਮਰਿਆਦਾ ਜਿਹੜੀ ਸਾਰੇ ਪੰਥ ਨੇ ਸਮੁੱਚੇ ਤੌਰ ਦੇ ਉੱਤੇ ਪ੍ਰਵਾਨ ਕੀਤੀ ਹੈ, ਉਹ ਹੈਗੀ ਹੈ ਮੂਲ ਮੰਤਰ ਗੁਰਪ੍ਰਸਾਦ ਤੱਕ ਹੈਗਾ ਜੀ ਜੀ। ਔਰ ਇਹਦੇ ਵਿੱਚ ਕੋਈ ਨਹੀਂ। ਹਾਂ, ਹੁਣ ਕਈ ਜਗ੍ਹਾ ਤੁਹਾਨੂੰ ਨਾਨਕ ਹੋਸੀ ਵੀ ਸੱਚ ਤੱਕ ਮਿਲਿਆ ਲਿਖਿਆ ਮਿਲਦਾ, ਪਰ ਉਹ ਪਹਿਲੀ ਪੌੜੀ ਹੈ, ਪਹਿਲੀ ਪੌੜੀ ਹੈਗੀ ਹੈ। ਸੋ ਅਗਰ ਕੋਈ ਪਹਿਲੀ ਪੌੜੀ ਦਾ ਜਾਪ ਕਰ ਰਿਹਾ, ਇਹ ਨਹੀਂ ਕਿ ਕੋਈ ਵਾਇਲੇਸ਼ਨ ਕਰ ਰਿਹਾ, ਪਰ ਜੇ ਪੁੱਛਿਆ ਜਾਏਗਾ ਕਿ ਮੂਲ ਮੰਤਰ ਕਿੱਥੇ ਤੱਕ ਹੈ, ਉਹ ਜਿਹੜਾ ਹੈ ਗੁਰਪ੍ਰਸਾਦ ਤੱਕ, ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਥਾਈਂ ਵਰਤਿਆ ਗਿਆ। ਬਲਕਿ ਇਸ ਕਿਤਾਬ ਦੇ ਵਿੱਚ ਹਵਾਲੇ ਵੀ ਦਿੱਤੇ ਹੈ ਪੁਰਾਤਨ ਜਿਹੜੀਆਂ ਗ੍ਰੰਥਾਂ ਦੇ, ਪੁਰਾਤਨ ਹਵਾਲਿਆਂ ਦੇ ਵਿੱਚ ਵੀ ਉਹ ਗੁਰਪ੍ਰਸਾਦ ਤੱਕ ਹੈ। ਦੂਜਾ ਸਵਾਲ ਮੈਨੂੰ ਥੋੜਾ ਜਿਹਾ ਅਗਰ ਮਾਫੀ ਦੇਣਾ, ਹਾਂਜੀ ਦੁਬਾਰਾ ਇੱਕ ਵਾਰ ਅਗਰ ਮੈਂ ਇਹ ਪੁੱਛਿਆ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸ਼ਕਤੀਆਂ ਨੇ ਮੌਜੂਦਾ
ਤਰੀਕਾਕਾਰ ਹੈ ਕੰਮ ਕਰਨ ਦਾ, ਕਿ ਇਹ 1945 ਦੀ ਰਹਿਤ ਮਰਿਆਦਾ ਅਨੁਸਾਰ ਹੈ? ਵੈਸੇ ਤਾਂ ਤੁਸੀਂ ਪਹਿਲਾਂ ਕਹਿ ਹੀ ਦਿੱਤਾ ਹੈ ਕਿ ਅਸੀਂ ਹਰ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਜਾਂਦੇ ਆ, ਉਹ ਬਣਦਾ ਨਹੀਂ, ਲੇਕਿਨ ਦੂਜਾ ਪੱਖ ਕਿ ਕੀ ਇਹ ਸ਼ਕਤੀਆਂ ਬੇਸ਼ੁਮਾਰ ਨੇ ਜਾਂ ਇਹਨਾਂ ਸ਼ਕਤੀਆਂ ਦੀ ਕੋਈ ਸੀਮਾ ਵੀ ਹੈ? ਅਕਾਲ ਤਖਤ ਸਾਹਿਬ ਦੀਆਂ ਸ਼ਕਤੀਆਂ ਨੂੰ ਨਿਰਧਾਰਿਤ ਕੀਤਾ ਹੈ ਇਹਦੇ ਵਿੱਚ? ਤੁਹਾਡਾ ਇਹ ਸਵਾਲ ਬੜਾ ਅਹਿਮ ਹੈ, ਔਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਅਰਜ਼ ਕੀਤਾ ਹੈ ਕਿ ਸਿੱਖ ਗੁਰਦੁਆਰਾ ਐਕਟ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਯਾਨੀ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ। ਕਾਨੂੰਨੀ ਤੌਰ ਤੇ, ਧਾਰਮਿਕ ਤੌਰ ਤੇ, ਅਧਿਆਤਮਿਕ ਤੌਰ ਤੇ, ਪੰਥਕ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਗੁਰਦੁਆਰਾ ਨਹੀਂ ਹੈ। ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਇਹ ਇਸ ਦਾ ਅਧਿਕਾਰ ਖੇਤਰ ਸ਼੍ਰੋਮਣੀ ਕਮੇਟੀ ਤੋਂ ਬਾਹਰ ਹੈ। ਪਹਿਲੀ ਗੱਲ ਤਾਂ ਇਹ, ਜੇ ਇਸ ਨੂੰ ਸਹੀ ਰੂਪ ਵਿੱਚ ਲਿਆ ਜਾਏ, ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਹੈ। ਇਹ ਗੁਰਦੁਆਰਾ ਨਹੀਂ ਹੈ, ਇਹ ਤਖਤ ਹੈ, ਪਹਿਲੀ ਗੱਲ। ਦੂਜਾ ਜਿਹੜਾ ਮਸਲਾ ਹੈ, ਇੱਕ ਬੜੀ ਵੱਡੀ ਚੀਜ਼ ਹੈ, ਜਿਵੇਂ ਮੈਂ ਸ਼ੁਰੂ ਚ ਅਰਜ਼ ਕੀਤੀ ਸੀ ਕਿ ਸਿੱਖ ਪੰਥ ਦੇ ਕੋਲ ਇੱਕ ਐਸੀ ਸ਼ਕਤੀ ਹੈ ਜਿਹੜੀ ਅਕਾਲ ਤਖਤ ਸਾਹਿਬ, ਜਿਹੜੀ ਸ਼ੁਰੂ ਤੋਂ ਰਹੀ ਹੈ। ਉਹ ਤਖਤੀ ਉਸ ਸ਼ਕਤੀ ਦੇ ਅੱਗੇ ਭਾਵੇਂ ਸ਼ੇਰੇ ਪੰਜਾਬ ਹੋਏ, ਭਾਵੇਂ ਵੱਡੇ ਅਕਾਲੀ ਲੀਡਰ ਰਹੇ ਹੋਣ, ਭਾਵੇਂ ਕੋਈ ਵੱਡੇ ਮਿਨਿਸਟਰ ਰਹੇ ਹੋਣ, ਭਾਵੇਂ ਕੋਈ ਰਾਸ਼ਟਰਪਤੀ ਰਿਹਾ ਹੋਏ, ਹਰ ਕਿਸੇ ਨੂੰ ਇਹਦੇ ਅੱਗੇ ਝੁਕਣਾ ਪੈਂਦਾ। ਇਹਦੇ ਵਿੱਚ ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਚਾਹਾਂਗਾ, ਜਿਹੜਾ ਸਿੱਖ ਪੰਜਾਬ ਹਿੰਦੁਸਤਾਨ ਦੇ ਵਿੱਚ ਵਸਦਾ ਹੈ, ਉਹਦੀ ਇੱਕ ਬੜੀ ਵੱਡੀ ਦੁਬਿਧਾ ਹੈ। ਇਸ ਗੱਲ ਨੂੰ ਪੰਥ ਦੇ ਆਗੂਆਂ ਨੂੰ ਔਰ ਮੁਲਕ ਦੇ ਆਗੂਆਂ ਨੂੰ ਸਮਝਣਾ ਪਏਗਾ, ਉਹਦਾ ਹੱਲ ਲੱਭਣਾ ਪਏਗਾ ਕਿ ਹੋਰ ਕਿਸੇ ਕੌਮ ਦੀ ਇਹ ਤਰਾਸਦੀ ਨਹੀਂ ਹੈ, ਇਹ ਮਸਲਾ ਨਹੀਂ ਹੈ, ਸਿੱਖਾਂ ਦਾ ਹੈ। ਉਹ ਇਹ ਹੈ ਕਿ ਇੱਕ ਤਾਂ ਜਿਹੜੇ ਹਿੰਦੁਸਤਾਨ ਦੇ ਵਿੱਚ ਸਿੱਖ ਵਸਦਾ ਹੈ, ਉਹਦੇ ਤੇ ਕਨਸਟੀਟਿਊਸ਼ਨ ਆਫ ਇੰਡੀਆ ਦੀ ਅਥਾਰਟੀ ਹੈ, ਉਹਨੂੰ ਉਹਦੇ ਅੰਡਰ ਰਹਿਣਾ, ਭਾਵੇਂ ਉਹ ਹਾਂ ਕਰੇ ਜਾਂ ਨਾ ਕਰੇ, ਉਹ ਉਸ ਸ਼ਕਤੀ ਤੋਂ ਮੁਨਕਰ ਨਹੀਂ ਹੋ ਸਕਦਾ, ਉਹਦੀ ਅਥਾਰਟੀ ਤੋਂ। ਨੰਬਰ 2, ਸਿੱਖ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਅਥਾਰਟੀ ਵੀ ਹੈ। ਇਹਦਾ ਮਤਲਬ ਕੇਵਲ ਇਹ ਸਿੱਖ ਕੌਮ ਹੈ ਜਿਹੜੀ ਡਿਊਐਲਿਟੀ ਆਫ ਅਥਾਰਟੀ ਦੇ ਅੰਦਰ ਜਿਹੜਾ ਜੀ ਰਿਹਾ ਹੈ, ਡਿਊਐਲਿਟੀ ਹੈ, ਦੋ ਪਾਸਿਓਂ ਇਹਦਾ ਜਿਹੜਾ ਜੀਂਦਾ ਪਿਆ। ਔਰ ਇਹ ਜਿਹੜੀ ਦੁਬਿਧਾ ਹੈਗੀ ਹੈ, ਕੱਲ ਨੂੰ ਐਸਾ ਨਾ ਹੋਏ ਕਿਧਰੇ ਕਨਸਟੀਟਿਊਸ਼ਨਲ ਅਰੇਂਜਮੈਂਟ ਔਰ ਅਕਾਲ ਤਖਤ ਸਾਹਿਬ ਦੇ ਆਦੇਸ਼ ਦੋਨਾਂ 'ਚ ਵਿਰੋਧਾਭਾਸ ਹੋਏ, ਔਰ ਵਿਰੋਧਾਭਾਸ ਇੰਨਾ ਤਗੜਾ ਹੋ ਜਾਏ ਕਿ ਉਹ ਟਕਰਾਅ ਦੇ ਵਿੱਚ ਆ ਜਾਏ, ਜਿਵੇਂ ਹੋ ਚੁੱਕਾ ਹੈ। ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਆ ਵੇਲੇ ਜਦੋਂ ਨਿਰੰਕਾਰੀਆਂ ਦੇ ਬਾਰੇ ਹੁਕਮਨਾਮਾ ਜਾਰੀ ਹੋਇਆ, ਉਸ ਵੇਲੇ ਹਾਈ ਕੋਰਟ ਨੇ ਉਹਨਾਂ ਨੂੰ ਸੰਮਨ ਭੇਜੇ ਸੀ। ਜਥੇਦਾਰ ਸਾਹਿਬ ਨੇ ਫਾੜ ਕੇ ਸੁੱਟ ਦਿੱਤੇ ਸੀ, ਤੁਹਾਡੇ ਤੇ ਮੇਰੀ ਦੁਨਿਆਵੀ ਅਦਾਲਤ ਜਿਹੜੀ ਹੈ ਉਹ ਲਾਗੂ ਨਹੀਂ ਹੈ, ਇਹ ਉਹਨਾਂ ਨੇ ਸੁੱਟ ਦਿੱਤਾ ਸੀਗਾ ਜੀ। ਉਸ ਦੇ ਬਾਅਦ ਭਾਈ ਰਣਜੀਤ ਸਿੰਘ ਜੀ ਵੇਲੇ ਵੀ ਹੋਇਆ ਕਿ ਉਹਨਾਂ ਨੂੰ ਵੀ ਸੁਪਰੀਮ ਕੋਰਟ ਚ ਸੰਮਨ ਆਉਣ ਦਾ ਹੋਇਆ, ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਬਤੌਰੇ ਜਥੇਦਾਰ ਦੇ ਨਹੀਂ ਪੇਸ਼ ਹੋਵਾਂਗਾ। ਇਹ ਬੜੇ ਇੰਪੋਰਟੈਂਟ ਮਸਲੇ ਹੈ। ਹੁਣ ਕੱਲ ਨੂੰ ਕੋਈ ਐਸਾ ਜਥੇਦਾਰ ਆ ਜਾਏ ਜਾਂ ਐਸਾ ਜੱਜ ਆ ਜਾਏ ਜਿਹੜੀ ਉਹ ਟਕਰਾਅ ਦੀ ਸਥਿਤੀ ਬਣ ਜਾਏ, ਇਹਦਾ ਮਤਲਬ ਅਸੀਂ ਕਨਸਟੈਂਟਲੀ ਲਗਾਤਾਰ ਇੱਕ ਪਾਵਰ ਜਿਹੜਾ ਟਾਈਮ ਬੰਬ ਦੇ ਉੱਤੇ ਅਸੀਂ ਬੈਠੇ ਹਾਂ, ਕਿਸੇ ਵੇਲੇ ਵੀ ਉਹ ਨੌਬਤ ਆ ਸਕਦੀ ਹੈ। ਇਸ ਕਰਕੇ ਸਿੱਖਾਂ ਨਾਲੋਂ ਜ਼ਿਆਦਾ ਵਕਤ ਦੇ ਹਾਕਮਾਂ ਨੂੰ, ਮੁਲਕ ਦੇ ਹਾਕਮਾਂ ਨੂੰ ਇਹਦਾ ਕੋਈ ਨਾ ਕੋਈ ਬੰਨ ਨੂੰ ਬੰਨਣਾ ਪੈਣਾ ਹੈ, ਕਾਨੂੰਨੀ ਤੌਰ ਦੇ ਉੱਤੇ ਇਹਦਾ ਕੋਈ ਹੱਲ ਲੱਭਣਾ ਪੈਣਾ ਹੈ, ਇਹਦੀ ਸੁਪਰਮੇਸੀ। ਸੋ ਮਚ ਸੋ ਕਿ ਈਵਨ ਤੁਸੀਂ ਦੇਖੋ ਗੁਰਦੁਆਰਾ ਸੁਧਾਰ ਲਹਿਰ, ਇਹ ਤਾਂ ਅਕਾਲ ਤਖਤ ਸਾਹਿਬ ਹੈ। ਗੁਰਦੁਆਰਾ ਸੁਧਾਰ ਲਹਿਰ ਵੇਲੇ ਵੀ ਜਦੋਂ ਬਾਬਾ ਖੜਕ ਸਿੰਘ ਜੀ ਨੂੰ ਜੱਜ ਨੇ ਪੁੱਛਿਆ ਸੀ ਕਿ ਇਸ ਕੇਸ ਵਿੱਚ ਤੂੰ ਕੀ ਬਿਆਨ ਦੇਣਾ ਹੈ, ਉਹਨਾਂ ਦਾ ਬਿਆਨ ਰਿਕਾਰਡ ਹੈ ਜਿਹੜਾ ਉਹਦੇ ਚ ਅਫੀਸ਼ੀਅਲ ਹੈਗਾ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਸਿੱਖ ਕੌਮ ਦਾ ਪ੍ਰੈਜ਼ੀਡੈਂਟ ਆ। ਇਸ ਕੇਸ ਵਿੱਚ ਸਰਕਾਰ ਇੱਕ ਪਾਰਟੀ ਹੈ, ਉਸ ਪਾਰਟੀ ਦਾ ਨੌਕਰ ਜੱਜ ਹੈ। ਮੇਰੀ ਪੋਜੀਸ਼ਨ ਸਿੱਖ ਕੌਮ ਦਾ ਪ੍ਰੈਜ਼ੀਡੈਂਟ ਹੋਣ ਦੀ ਹੈਸੀਅਤ ਵਿੱਚ ਅਮਰੀਕਾ, ਜਰਮਨੀ ਜਾਂ ਫਰਾਂਸ ਦੇ ਪ੍ਰੈਜ਼ੀਡੈਂਟ ਜੈਸੀ ਹੈ ਜਾਂ ਇੰਗਲੈਂਡ ਦੇ ਕਿੰਗ ਜੈਸੀ ਹੈ। ਮੈਂ ਇੱਕ ਨੌਕਰ ਦੇ ਸਾਹਮਣੇ ਬਿਆਨ ਨਹੀਂ ਦੇ ਸਕਦਾ ਜੀ। ਸੋ ਇਹ ਜਿਹੜੀ ਕੌਮ ਹੈ, ਇਹ ਜਿਹੜੀ ਗੁਰੂ ਕੀ ਲਾਡਲੀ ਫੌਜ ਹੈ, ਇਹ ਜਿਹੜੇ ਹੈ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ, ਈਨ ਨਾ ਮੰਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ ਹੈ। ਇਹਨਾਂ ਨੂੰ ਭਿੜਨ ਵਿੱਚ ਕੋਈ ਜ਼ਿਆਦਾ ਹੀ ਮੈਨੂੰ ਲੱਗਦਾ ਹੈਗਾ ਕਿ ਫਿਰ ਉਹ ਜਦੋਂ ਉਹ ਨੌਬਤ ਆ ਜਾਏ ਫਿਰ ਇਹ ਭਿੜਨ ਵਿੱਚੋਂ ਗੁਰੇਜ਼ ਨਹੀਂ ਕਰਦੇ। ਪਰ ਇਹ ਜਿਹੜੀ ਚੀਜ਼ ਹੈ ਬੜੀ ਗੰਭੀਰ ਹੈ, ਜਿਹੜੀ ਗੁਰਦੁਆਰਾ ਐਕਟ ਦੇ ਵਿੱਚ ਹੈਗੀ ਹੈ ਔਰ ਰਹਿਤ ਮਰਿਆਦਾ ਚ ਹੈ। ਮਗਰ ਇਹਦੇ ਵਿੱਚ ਸਾਫ਼ ਲਿਖਿਆ ਬੜੇ ਸਪਸ਼ਟ ਤੌਰ ਦੇ ਉੱਤੇ ਹੈਗਾ ਕਿ ਅਗਰ ਕੋਈ ਸਥਾਨਕ ਮਸਲਾ ਹੁੰਦਾ ਹੈ,
ਉਹਦਾ ਨਿਪਟਾਰਾ ਸ੍ਰੀ ਅਕਾਲ ਤਖਤ ਸਾਹਿਬ ਕਰ ਸਕਦਾ ਹੈ। ਅਕਾਲ ਤਖਤ ਸਾਹਿਬ ਦੀ ਅਥਾਰਟੀ ਸੁਪਰੀਮ ਹੈ। ਅੱਜ ਤੱਕ ਕੋਈ ਬੰਦਾ ਇਸ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਿਆ, ਔਰ ਜੇ ਹੋਇਆ ਵੀ ਹੈ ਤੇ ਉਹ ਇਤਿਹਾਸ ਦੇ ਹਨੇਰੇ ਵਰਕਿਆਂ ਦੇ ਵਿੱਚ ਲੁਪਤ ਹੋ ਜਾਂਦੇ ਆ। ਉਸ ਦਾ ਕੋਈ ਫਿਰ ਕੋਈ ਪੁੱਛਣ ਵਾਲਾ ਵੀ ਨਹੀਂ, ਉਹਦੀ ਅਹਿਮੀਅਤ ਨਹੀਂ ਬਚਦੀ ਜਿਹੜਾ ਵੀ ਖੜਾ ਹੋਇਆ ਤਖਤ ਸਾਹਿਬ ਦੇ ਅੱਗੇ। ਲੇਕਿਨ ਮੈਂ ਇਹ, ਕਿਉਂਕਿ ਹੈ ਤਾਂ ਇੱਕ ਲਾਈਨ ਦਾ ਹੀ ਜਵਾਬ ਜ਼ਰੂਰ ਜੀ, ਜ਼ਰੂਰ। ਉਹ ਇਹ ਹੈ ਕਿ ਪਹਿਲੀ ਵਾਰੀ ਜਿਹੜਾ ਮੌਜੂਦਾ ਪ੍ਰਬੰਧ ਆ ਤਖਤ ਸਾਹਿਬ ਦਾ, ਸ਼੍ਰੀ ਅਕਾਲ ਤਖਤ ਸਾਹਿਬ ਦਾ, ਉਹ ਕਦੋਂ ਸਥਾਪਿਤ ਹੋਇਆ? ਜਦੋਂ ਪਹਿਲੀ ਵਾਰੀ ਉੱਥੇ ਜਥੇਦਾਰ ਬੈਠੇ ਬਿਲਡਿੰਗਸ ਤੋਂ ਬਾਅਦ? ਇਹ ਇਸ ਤੋਂ ਪਹਿਲੇ ਜਿਹੜਾ ਸੀ ਨਾ ਜੀ, ਅਕਾਲੀ ਫੂਲਾ ਸਿੰਘ ਦੇ ਵੇਲੇ ਹੁੰਦਾ ਸੀਗਾ ਲਾਸਟ ਜਿਹੜਾ ਹੈਗਾ, ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਸੀਗੇ। ਉਹਦੇ ਬਾਅਦ ਗੁਰਦੁਆਰਾ ਜਦੋਂ ਮਹੰਤ ਆ ਗਏ, ਫਿਰ ਉਹ ਸਰਬਰਾਹ ਵਗੈਰਾ ਆਉਂਦੇ ਰਹੇ। ਉਹ ਸਰਬਰਾਹ ਕਰਪਟ ਹੋ ਗਏ। ਉਹਨਾਂ ਨੇ ਨਾ ਕੇਵਲ ਜਿਹੜੇ ਮਾਇਕ ਧਾਂਦਲੀਆਂ ਕੀਤੀਆਂ, ਬਲਕਿ ਉਹਨਾਂ ਨੇ ਮਰਿਆਦਾ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ। ਮਤਲਬ ਇਤਿਹਾਸ ਦੇ ਵਿੱਚ ਚੁੱਭੀ ਮਾਰਿਓ ਕਿ ਉਹ ਪਹਿਲਾ ਸਮਾਂ ਕਦੋਂ ਸੀ, ਕਿਹੜਾ ਸੰਨ ਸੀ, ਕਿਹੜਾ ਦਿਨ ਵਾਰ ਸੀ, ਕੋਈ ਅੰਦਾਜ਼ਾ ਹੈ ਜਦੋਂ ਪਹਿਲੀ ਵਾਰੀ? ਨਹੀਂ, ਇਸ ਤਰ੍ਹਾਂ ਨਹੀਂ, ਪਰ ਇਹ ਹੈਗਾ ਕਿ ਪੰਥ ਇਕੱਠਾ ਹੁੰਦਾ ਸੀ ਅਕਾਲ ਤਖਤ ਸਾਹਿਬ ਦੇ ਉੱਤੇ ਦੀਵਾਲੀ ਤੇ ਵਿਸਾਖੀ ਦੇ ਉੱਤੇ। ਔਰ ਉਹਦੇ ਦੀ ਜਿਹੜੀ ਕਿਤਾਬ ਹੈਗੀ ਹੈ, ਦਾ ਪੇजेस ਫਰਮ ਦਾ ਰੀਡਿੰਗਸ ਫਰਮ ਸਿੱਖ ਹਿਸਟਰੀ, ਪੰਜਾਬ ਹਿਸਟਰੀ, ਉਹਦੇ ਵਿੱਚ ਉਹਨੇ ਇੱਕ ਬੜਾ ਸ਼ਾਨਦਾਰ ਹਵਾਲਾ ਦਿੱਤਾ ਹੈ ਕਿ ਸਿੱਖ ਜਿਹੜੇ ਹੈ ਵਿਸਾਖੀ ਔਰ ਦੀਵਾਲੀ, ਹੁਣ ਦੀਵਾਲੀ ਬੜਾ ਇੰਪੋਰਟੈਂਟ ਲਫ਼ਜ਼ ਹੈ, ਬੜਾ ਮਹੱਤਵਪੂਰਨ ਹੈ, ਕਿਉਂਕਿ ਹਰ ਕਿਸੇ ਨੂੰ ਪਤਾ ਹੈ ਦੀਵਾਲੀ ਤੇ ਇਕੱਠ ਹੁੰਦੇ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵੀ ਦੀਵਾਲੀ ਕਰਕੇ ਹੋਈ, ਤੇ ਉਹ ਉੱਥੇ ਇਕੱਤਰ ਹੁੰਦੇ ਸੀ। ਇਕਰਾਮ ਅਲੀ ਮਲਿਕ, ਇਹ ਪਾਕਿਸਤਾਨ ਲਾਹੌਰ ਯੂਨੀਵਰਸਿਟੀ ਦੀ ਕਿਤਾਬ ਹੈ ਰੀਡਿੰਗਸ ਫਰਮ ਸਿੱਖ ਹਿਸਟਰੀ, ਉਹਨੇ ਬੜਾ ਦਿਲਚਸਪ ਵਾਕਿਆ ਲਿਖਿਆ। ਕਹਿੰਦਾ ਕਿ ਅਬਦਾਲੀ ਦੇ ਹਮਲਿਆਂ ਦੇ ਬਾਅਦ ਸਿੱਖ ਇਕੱਤਰ ਹੋਏ ਅਕਾਲ ਤਖਤ ਸਾਹਿਬ ਦੇ ਉੱਤੇ, ਔਰ ਉਹਨਾਂ ਨੇ ਕਿਹਾ ਕਿ ਬਾਰ-ਬਾਰ ਜਿਹੜਾ ਹੈਗਾ ਉਹ ਅਬਦਾਲੀ ਹਮਲਾ ਕਰਦਾ ਹੈ, ਦਰਬਾਰ ਸਾਹਿਬ ਦੀ ਤੋਹੀਨ ਕਰਦਾ ਹੈ, ਤੇ ਇਸ ਦਾ ਕੀ ਹੱਲ ਕੀਤਾ ਜਾਏ। ਕਿਸੇ ਨੇ ਕੋਈ ਹੱਲ ਦਿੱਤਾ, ਕਿਸੇ ਨੇ ਕੁਛ ਦਿੱਤਾ, ਕਿਸੇ ਨੇ ਕੁਛ ਦਿੱਤਾ। ਇੱਕ ਸਿੱਖ ਉੱਠਦਾ, ਕਹਿੰਦਾ ਜੀ ਮੈਂ ਗਰੀਬ ਸਿੱਖ ਹਾਂ, ਮੇਰੀ ਇੱਕ ਰਾਏ ਮੰਨ ਲਓ। ਕਹਿੰਦੇ ਦੱਸੋ? ਕਹਿੰਦੇ ਲਾਹੌਰ ਤੇ ਕਬਜ਼ਾ ਕਰ ਲਈ। ਅੱਛਾ, ਹੁਣ ਮਜ਼ਾਕ ਦੀ ਗੱਲ ਨਹੀਂ ਹੈ, ਇਹ ਇਤਿਹਾਸ ਹੈ, ਇਹ ਸਾਡਾ ਇਤਿਹਾਸ ਹੈਗਾ, ਜ਼ਿੰਦਾ ਇਤਿਹਾਸ ਹੈ। ਔਰ ਇਕਰਾਮ ਅਲੀ ਮਲਿਕ ਕਹਿੰਦਾ ਕਿ ਉਹਨਾਂ ਨੇ ਕਿਹਾ ਕਿ ਹੁਣੇ ਹੀ ਤੁਰੋ, ਉੱਥੋਂ ਹੀ ਤੁਰੋ। ਉੱਥੋਂ ਕਹਿੰਦਾ ਟੁਰੇ ਹੈ, ਤੇ ਇਕਰਾਮ ਅਲੀ ਮਲਿਕ ਦੀ ਲਾਈਨਾਂ ਹੈ, and the Sikhs captured Lahore easily within 7 days. That was the end of the Mughal rule. ਕਿਆ ਇਤਿਹਾਸ ਹੈ, ਕਮਾਲ ਹੈ। ਇਹ ਹੈ ਜਜ਼ਬਾ, ਇਹ ਹੈਗੀ ਹੈ ਸਾਡਾ ਇਤਿਹਾਸ। ਸ਼ਾਇਦ ਦੁਸ਼ਮਣਾਂ ਨੂੰ ਭੁਲੇਖਾ ਪੈ ਜਾਂਦਾ ਹੈ, ਆਪਣਿਆਂ ਨੂੰ ਜ਼ਿਆਦਾ ਪੈ ਜਾਂਦਾ ਹੈ ਕਿ ਸ਼ਾਇਦ ਇਹ ਉਂਝੇ ਹੀ ਹੈਗਾ, ਪਰ ਐਸਾ ਨਹੀਂ ਹੈ। ਮੈਂ ਜਿਹੜੀ ਗੱਲ ਪਹਿਲਾਂ ਕਹੀ ਸੀ, ਇਹਦੇ ਵਿੱਚ ਅਦ੍ਰਿਸ਼ ਕਲਾ ਵਾਪਰਦੀ ਹੈ। ਬਾਕੀ ਜਾਂਦੇ ਜਾਂਦੇ ਮੈਂ ਜ਼ਰੂਰ ਕਵਾਂਗਾ, ਮੈਨੂੰ ਇਸ ਕਿਤਾਬ ਦੇ ਨਾਲੋਂ, ਕਿਤਾਬ ਬਣਨ ਨਾਲੋਂ ਜ਼ਿਆਦਾ ਖੁਸ਼ੀ ਇਹ ਹੈ ਕਿ ਕੌਮ ਦੀਆਂ ਸਾਰੀਆਂ ਜਥੇਬੰਦੀਆਂ, ਸਾਰੇ ਤਖਤਾਂ ਨੇ, ਸਾਰੀਆਂ ਸੰਪਰਦਾਵਾਂ ਨੇ, ਸਾਰੀਆਂ ਸੰਸਥਾਵਾਂ ਨੇ ਇਸ ਨੂੰ ਅਸੀਸ ਦਿੱਤੀ ਹੈ। ਔਰ ਇਸ ਨੂੰ ਸਾਰੇ ਪੰਥ ਦਾ ਇੱਕ ਦਸਤਾਵੇਜ਼, ਜਿਹੜੇ ਕਹਿੰਦੇ ਸੀ ਨਾ ਕਿ ਪੰਥ ਦਾ ਨਹੀਂ ਹੈ, ਉਹ ਵੀ ਗੱਲ ਜਿਹੜੀ ਹੈ ਇਸ ਕਿਤਾਬ ਨੇ ਉਹ ਵੀ ਬੰਦ ਕਰਤੀ ਹੈ। ਸੋ ਇਹਨੂੰ ਅਗਰ ਕੋਈ ਇਹਦੇ ਚੋਂ ਲੈ ਸਕਣ, ਪਰ ਮੈਨੂੰ ਇਸ ਦਾ ਲਾਭ ਇਹ ਹੋਏਗਾ, ਇਹ ਕਿਸਮ ਦਾ ਬੈਰੋਮੀਟਰ ਹੈ, ਥਰਮਾਮੀਟਰ ਹੈ। ਇਹਨੂੰ ਦੇਖ ਕੇ ਮੈਨੂੰ ਪਤਾ ਲੱਗੇਗਾ ਮੇਰੇ 'ਚ ਬੁਖਾਰ ਕਿੰਨਾ ਹੈ ਤੇ ਕਿੰਨਾ ਘਟਿਆ ਹੈਗਾ। ਇਹ ਇੱਕ ਬੈਰੋਮੀਟਰ ਮੈਨੂੰ ਇਹ ਦੱਸੇਗਾ ਕਿ ਮੇਰੇ 'ਚ ਕੀ ਕਮੀ ਹੈ ਔਰ ਕਿੰਨਾ ਕੁ ਮੈਂ ਹੋਰ ਠੀਕ ਹੋਣਾ ਚਾਹੁੰਦਾ। ਲਾਂਬਾ ਸਾਹਿਬ, ਤੁਸੀਂ ਜਾਂਦੇ ਜਾਂਦੇ ਅੱਖਾਂ ਸਲੀਆਂ ਕਰ ਗਏ ਇਹ ਵਾਕਿਆ ਸੁਣਾ ਕੇ ਕਿ ਲਾਹੌਰ 7 ਦਿਨਾਂ 'ਚ ਜਿੱਤ ਲਿਆ, ਇੱਕ ਆਮ ਸਿੱਖ ਦੀ ਗੱਲ ਤੇ। ਸੋ ਸਿੱਖਾਂ ਦੇ ਕਿਰਦਾਰ ਤੇ ਸਿੱਖਾਂ ਦੀ ਬੁਲੰਦ ਹਸਤੀ ਦਾ ਇਹ ਪਰਚਮ ਸਾਡੇ ਤੱਕ ਝੁੱਲਦਾ ਆਉਂਦਾ ਤੇ ਬੜੀ ਤਸੱਲੀ ਹੋਣੀ ਸੀਗੀ। ਹੁਣ ਵੀ ਉਹ ਆਬਾ ਨੂੰ ਜੀਵੰਤ ਕੀਤਾ ਜਾ ਸਕਦਾ। ਤੁਹਾਡਾ ਧੰਨਵਾਦ ਹੈ। ਪੰਥਕ ਕਵੀ ਸਨ ਬਰਕਤ, ਉਹਨਾਂ ਨੇ ਬਰਕਤ ਰਾਮ ਬਰਕਤ, ਉਹਨਾਂ ਨੇ ਲਿਖਿਆ ਸੀ, ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਬੂਟਾ ਲਾਇਆ ਲਹੂ ਹੰਗਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ, ਜੋ ਬੋਲੇ ਸੋ ਹੋਵੇ ਨਿਹਾਲ। ਬਹੁਤ ਮਿਹਰਬਾਨੀ। ਔਰ ਅਸੀਂ ਚਾਹਾਂਗੇ ਕਿ ਜਿਵੇਂ ਤੁਸੀਂ ਇੱਕ ਸੁਝਾਅ ਦਿੱਤਾ ਹੈ ਕਿ ਭਾਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਲੈ ਕੇ ਸੰਵਿਧਾਨ ਦੇ ਵਿੱਚ ਕੋਈ ਤਰਮੀਮਾਂ ਜਾਂ ਸੋਧਾਂ ਕਰ ਦੇਣ, ਤਾਂ ਕਿ ਕਦੇ ਵੀ ਸੰਵਿਧਾਨਕ ਪੇਚ ਨਾ ਆਵੇ, ਕਦੇ ਦੁਨਿਆਵੀ ਅਦਾਲਤਾਂ ਤੇ ਸਿੱਖਾਂ ਦੇ ਇਹ ਸਰਵਉੱਚ ਸਥਾਨ ਦੇ ਵਿੱਚ ਕੋਈ ਵਿਵਾਦ ਹੋਵੇ ਔਰ ਇਹ ਟਕਰਾਅ ਵੱਲ ਵਧੇ। ਬਹੁਤ ਮਿਹਰਬਾਨੀ। ਅਸੀਂ ਨਿੱਕੇ ਨਿੱਕੇ ਮੁੱਦਿਆਂ ਤੇ ਤੁਹਾਡੇ ਨਾਲ ਸੰਵਾਦ ਚਾਹੁੰਦੇ ਰਵਾਂਗੇ। ਬਹੁਤ 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 ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੋੜਨ ਲਈ ਔਰ ਪੰਜਾਬ ਦੇ ਨਾਲ ਜੋੜਨ ਲਈ। ਬਹੁਤ ਧੰਨਵਾਦ।